हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, ਇਸ ਤੋਂ ਬਿਨਾ ਪੰਜਾਬੀ ਪੈਡਾਗੋਜੀ, ਇੰਗਲਿਸ਼ ਪੈਡਾਗੋਜੀ, ਇਹ ਸਭ ਦੇ ਅਸੀਂ ਕੁਝ MCQ ਨੇ ਜਿਹੜੇ ਇਹ ਡਿਸਕਸ ਕਰਨੇ ਨੇ। ਜਿਹੜੇ ਵੀ MCQs ਦਾ ਤੁਹਾਨੂੰ ਆਨਸਰ ਪਤਾ ਹੋਏਗਾ ਪਲੀਜ਼ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੀ ਚੱਲਿਓ। ਤੇ ਸਟਾਰਟ ਕਰਨ ਜਾ ਰਹੇ ਹਾਂ ਜੀ। ਫਸਟ ਕੁਐਸਚਨ ਹੈ ਕਿ ਸਮਾਵੇਸ਼ੀ ਸਿੱਖਿਆ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਕਿਸ ਪ੍ਰਕਾਰ ਦੇ ਸਕੂਲਾਂ ਵਿੱਚ ਪੜ੍ਹਾਉਣ 'ਤੇ ਜ਼ੋਰ ਦਿੰਦੀ ਹੈ। ਤਾਂ ਇਨਕਲੂਸਿਵ ਐਜੂਕੇਸ਼ਨ ਦੀ ਇੱਥੇ ਗੱਲ ਕੀਤੀ ਗਈ ਹੈ। ਤਾਂ ਇਸ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਬੱਚੇ ਨੇ, ਮਤਲਬ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਉਹ ਕੀ ਨੇ, ਡਿਸੇਬਲ ਕਹਿ ਸਕਦੇ ਆਪਾਂ, ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਵਿੱਚ ਡਿਸਆਰਡਰ ਹੈ, ਤਾਂ ਉਹ ਕੀ ਕਰਨਗੇ, ਸਮਾਵੇਸ਼ੀ ਸਿੱਖਿਆ ਦੇ ਅਨੁਸਾਰ ਉਹ ਆਮ ਸਧਾਰਨ ਸਕੂਲ ਦੇ ਵਿੱਚ ਹੀ ਪੜ੍ਹਨਗੇ। ਤਾਂ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੋ ਜਾਵੇਗਾ। ਤੇ ਜੇਕਰ ਅਸੀਂ ਗੱਲ ਕਰੀਏ ਸਪੈਸ਼ਲ ਸਕੂਲ, ਕਨਵੈਂਟ ਸਕੂਲ, ਇਹ ਆਪਸ਼ਨ ਆਪਾਂ ਨਹੀਂ ਦੇਖਣੀਆਂ। ਤਾਂ ਆਮ ਸਧਾਰਨ ਸਕੂਲ ਦੇ ਵਿੱਚ ਉਹ ਪੜ੍ਹਨਗੇ, ਰੈਗੂਲਰ ਸਕੂਲ ਨੇ ਜਿਹੜੇ ਉਹਨਾਂ ਦੇ ਵਿੱਚ ਹੀ ਉਹ ਪੜ੍ਹਨਗੇ। ਤਾਂ ਇਸ ਤਰੀਕੇ ਨਾਲ ਸਮਾਵੇਸ਼ੀ ਸਿੱਖਿਆ ਕੀ ਕਹਿੰਦੀ ਹੈ ਵੀ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਇੱਕ ਥਾਂ 'ਤੇ ਕੀ ਕਰ ਲੈਣਾ, ਮਿਕਸ ਕਰ ਲੈਣਾ। ਸਮਾਵੇਸ਼ ਦਾ ਮੀਨਿੰਗ ਕੀ ਹੈ ਕਿ ਸਾਰੀਆਂ ਚੀਜ਼ਾਂ ਦਾ ਰਲਵਾਂ ਮਿਲਵਾਂ ਸਹਿਯੋਗ ਦੇ ਨਾਲ ਹੀ ਸਿੱਖਿਆ ਜਿਹੜੀ ਹੋਏਗੀ। ਇਸ ਤੋਂ ਬਾਅਦ ਹੈ ਜੀ ਮਨੋਵਿਗਿਆਨੀ ਜੀਨ ਪਿਆਜੇ ਕਿਸ ਬਾਰੇ ਗੱਲ ਕਰਦਾ ਹੈ। ਉਹ ਸਕੀਮਾਂ ਦੀ ਗੱਲ ਕਰਦਾ ਹੈ, ZPD ਦੀ ਗੱਲ ਕਰਦਾ ਹੈ, ਯਤਨ ਅਤੇ ਭੁੱਲ ਜਾਂ LAD, ਇਹਨਾਂ ਦੇ ਵਿੱਚੋਂ ਕਿਸ ਚੀਜ਼ ਦੀ ਗੱਲ ਕਰਦਾ ਹੈ, ਇਹ ਚੀਜ਼ ਅਸੀਂ ਨੇ ਦੱਸਣੀ ਹੈ ਜੀ। ਤਾਂ ਇਸ ਦੇ ਵਿੱਚੋਂ ਜੀਨ ਪਿਆਜੇ ਜਿਹੜਾ ਉਹ ਸਕੀਮਾਂ ਦੀ ਗੱਲ ਕਰਦਾ ਹੈ, ਠੀਕ ਹੈ ਜੀ। ਤਾਂ ਉਹ ਕਹਿੰਦਾ ਕਿ ਇਹ ਇੱਕ ਕੀ ਆਪਣੇ ਅੰਦਰ ਕੁਝ ਸੰਰਚਨਾਵਾਂ ਨੇ ਬੌਧਿਕ ਰੂਪ ਦੇ ਵਿੱਚ, ਠੀਕ ਹੈ ਜੀ। ਤਾਂ ਇਸ ਚੀਜ਼ ਦੀ ਇਹ ਗੱਲ ਕਰਦਾ ਹੈ ਜੀਨ ਪਿਆਜੇ। ਪਰ ਇਸ ਤੋਂ ਬਿਨਾਂ ਜੇਕਰ ਆਪਾਂ ਬਾਕੀ ਆਪਸ਼ਨਸ ਡਿਸਕਸ ਕਰੀਏ, ZPD ਯਾਨੀ ਕਿ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਤਾਂ ਇਸ ਦੀ ਗੱਲ ਕਰਦਾ ਜੀ ਵਿਗੋਸਟੀ, ਠੀਕ ਹੈ ਜੀ। ਤਾਂ ਵਿਗੋਸਟੀ ਨੇ ZPD ਦੀ ਗੱਲ ਕੀਤੀ ਹੈ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ ਨੈਕਸਟ ਇੱਕ ਆਪਸ਼ਨ ਦੇ ਵਿੱਚ ਅਸੀਂ ਆਪਣੇ ਕੋਲ ਯਤਨ ਅਤੇ ਭੁੱਲ। ਤਾਂ ਯਤਨ ਅਤੇ ਭੁੱਲ ਯਾਨੀ ਕਿ ਟਰਾਇਲ ਐਂਡ ਐਰਰ ਮੈਥਡ ਹੈ ਜਿਹੜਾ, ਇਸ ਦੀ ਗੱਲ ਕਰਦਾ ਜੀ। ਇਸ ਐਕਟੀਵਿਟੀ ਦੀ ਕਹਿ ਲਓ ਜਾਂ ਇਸ ਵਿਧੀ ਦੀ ਗੱਲ ਹੈ ਜਿਹੜੀ ਉਹ ਥੋਰਨਡਾਈਕ ਕਰਦਾ ਹੈ, ਠੀਕ ਹੈ, ਜਿਸ 'ਤੇ ਬਿੱਲੀ ਵਾਲਾ ਸਿਧਾਂਤ ਜਿਹੜਾ ਉਹ ਇਸ ਦੇ ਸਿੱਟੇ ਵਜੋਂ ਇਹ ਚੀਜ਼ ਉਪਜੀ ਹੈ। ਇਸ ਤੋਂ ਬਾਅਦ ਹੈ ਜੀ LAD ਦੀ ਗੱਲ ਹੈ ਜਿਹੜਾ ਉਹ ਨੋਮ ਚੋਮਸਕੀ ਕਰੇਗਾ। ਤਾਂ ਉਹ ਕਹਿੰਦਾ ਵੀ ਹਰ ਇੱਕ ਦੇ ਵਿੱਚ ਕੀ ਹੁੰਦਾ, LAD ਦਾ ਮੀਨਿੰਗ ਹੁੰਦਾ ਲੈਂਗੁਏਜ ਐਕੁਜੀਸ਼ਨ ਡਿਵਾਈਸ, ਮਤਲਬ ਕਿ ਭਾਸ਼ਾ ਗ੍ਰਹਿਣ ਉਪਕਰਨ ਹੈ ਜਿਹੜਾ ਉਹ ਹਰ ਇੱਕ ਬੱਚੇ ਦੇ ਵਿੱਚ ਹੁੰਦਾ, ਜਿਸ ਨੂੰ ਮਤਲਬ ਉਹ ਇਨੇਟ ਐਬਿਲਿਟੀ ਦੀ ਗੱਲ ਕਰਦਾ ਹੈ। ਕਹਿੰਦੇ ਵੀ ਹਰ ਇੱਕ ਦੇ ਵਿੱਚ ਕੀ ਹੁੰਦੀ, ਇੱਕ ਅੰਦਰੂਨੀ ਜਮਾਂਦਰੂ ਇੱਕ ਸ਼ਮਤਾ ਹੁੰਦੀ ਹੈ ਜਿਸ ਦੇ ਬੇਸ 'ਤੇ ਬੱਚਾ ਕੀ ਕਰਦਾ, ਭਾਸ਼ਾ ਦਾ ਗ੍ਰਹਿਣ ਕਰਦਾ ਹੈ। ਤਾਂ ਇਸ ਤਰ੍ਹਾਂ ਆਪਾਂ ਨੇ ਬਾਕੀ ਆਪਸ਼ਨਸ ਨੇ ਜਿਹੜੀਆਂ ਇਹਨਾਂ ਨੂੰ ਵੀ ਡਿਟੇਲ ਦੇ ਵਿੱਚ ਡਿਸਕਸ ਕਰ ਲਿਆ ਜੀ। ਤੇ ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 3। ਥੋਰਨਡਾਈਕ ਅਨੁਸਾਰ ਸਿੱਖਣ ਦਾ ਪ੍ਰਾਇਮਰੀ ਨਿਯਮ ਕਿਹੜਾ ਹੈ। ਕਰਕੇ ਸਿੱਖਣਾ ਜਾਂ ਫਿਰ ਪੜ੍ਹ ਕੇ ਸਿੱਖਣਾ, ਕਰਕੇ ਸਿੱਖਣਾ, ਪੜ੍ਹ ਕੇ ਸਿੱਖਣਾ, ਬੋਲ ਕੇ ਸਿੱਖਣਾ, ਜਾਂ ਫਿਰ ਤਤਪਰਤਾ ਦਾ ਨਿਯਮ। ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਵੇਗਾ, ਕਿਉਂਕਿ ਥੋਰਨਡਾਈਕ ਹੈ ਜਿਹੜਾ ਉਹ ਸਿੱਖਣ ਦੇ 3 ਪ੍ਰਾਇਮਰੀ ਨਿਯਮ ਆਖਦਾ ਹੈ, ਠੀਕ ਹੈ ਜੀ। 3 ਨਿਯਮਾਂ ਨੂੰ ਉਹ ਪ੍ਰਾਇਮਰੀ ਨਿਯਮ ਮੰਨਦਾ ਹੈ। ਤਾਂ ਇਹ ਕਿਹੜੇ ਕਿਹੜੇ ਨੇ ਆਪਾਂ ਨੇ ਉਹ ਵੀ ਡਿਸਕਸ ਅੱਜ ਕਰ ਲੈਣੇ ਨੇ। ਇਸ ਤੋਂ ਬਿਨਾਂ ਆਪਣਾ ਆਪਸ਼ਨ ਡੀ ਜਿਹੜਾ ਇਹ ਰਾਈਟ ਆਨਸਰ ਜੀ ਹੋ ਜਾਵੇਗਾ। ਤਾਂ ਅਸੀਂ ਗੱਲ ਕਰਦੇ ਹਾਂ ਕਿ ਥੋਰਨਡਾਈਕ ਨੇ ਸਿੱਖਣ ਦੇ ਪ੍ਰਾਇਮਰੀ ਨਿਯਮ ਕਿਹੜੇ ਕਿਹੜੇ ਦੱਸੇ ਨੇ। ਤਾਂ ਉਹ ਗੱਲ ਕਰਦਾ ਜੀ ਲਾ ਆਫ ਐਕਸਰਸਾਈਜ਼, ਠੀਕ ਹੈ, ਲਾ ਆਫ ਐਕਸਰਸਾਈਜ਼ ਦੀ ਗੱਲ ਕਰਦਾ ਹੈ, ਯਾਨੀ ਕਿ ਅਭਿਆਸ ਦੇ ਨਿਯਮ ਦੀ ਗੱਲ ਕਰਦਾ ਹੈ। ਇਸ ਤੋਂ ਬਿਨਾਂ ਜੋ ਆਪਸ਼ਨ ਦੇ ਵਿੱਚ ਆਇਆ ਸੀ ਤਤਪਰਤਾ ਦਾ ਨਿਯਮ, ਯਾਨੀ ਕਿ ਲਾ ਆਫ ਰੈਡੀਨੈਸ ਦੀ ਗੱਲ ਕਰਦਾ ਉਹ, ਲਾ ਆਫ ਰੈਡੀਨੈਸ। ਇਸ ਤੋਂ ਬਿਨਾਂ ਇੱਕ ਹੋਰ ਚੀਜ਼ ਦੀ ਗੱਲ ਕਰਦਾ ਉਹ ਵੀ ਆਪਾਂ ਡਿਸਕਸ ਕਰਦੇ ਹਾਂ। ਤਾਂ ਲਾ ਆਫ ਰੈਡੀਨੈਸ ਯਾਨੀ ਕਿ ਤਤਪਰਤਾ ਦਾ ਨਿਯਮ ਹੋ ਗਿਆ। ਇਸ ਤੋਂ ਬਿਨਾਂ ਉਹ ਗੱਲ ਕਰਦੇ ਜੀ ਲਾ ਆਫ ਇਫੈਕਟ, ਲਾ ਆਫ ਇਫੈਕਟ ਹੈ ਜਿਹੜਾ ਉਹ ਵੀ ਇਸ ਦੇ ਵਿੱਚ ਇਨਵੋਲਵ ਹੈਗੇ ਹੈ। ਥੋਰਨਡਾਈਕ ਨੇ ਇਹਨਾਂ ਨੂੰ ਕੀ ਕਿਹਾ ਕਿ ਇਹ ਸਿੱਖਣ ਦੇ ਆਪਣੇ ਪ੍ਰਾਇਮਰੀ ਨਿਯਮ ਹੈਗੇ ਨੇ। ਤਾਂ ਇਸ ਤਰੀਕੇ ਨਾਲ ਅਸੀਂ ਇਹ ਡਿਸਕਸ਼ਨ ਜਿਹੜੀ ਉਹ ਕਰ ਲਈ ਹੈ ਕੁਐਸਚਨ ਦੀ। ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 4। ਵਿਕਾਸ ਕਿਸ ਪ੍ਰਕਾਰ ਦੀ ਪ੍ਰਕਿਰਿਆ ਹੈ, ਗੁਣਾਤਮਕ ਹੈ ਜਾਂ ਫਿਰ ਰਿਣਾਤਮਕ ਹੈ, ਉਪਰੋਕਤ ਦੋਵੇਂ ਨੇ ਜਾਂ ਉਪਰੋਕਤ ਕੋਈ ਨਹੀਂ। ਤਾਂ ਇੱਥੇ ਡਿਵੈਲਪਮੈਂਟ ਯਾਨੀ ਕਿ ਵਿਕਾਸ, ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ। ਤਾਂ ਜੋ ਡਿਵੈਲਪਮੈਂਟ ਹੈ ਜੀ, ਇਹਨੂੰ ਆਪਾਂ ਵੈਸੇ ਇਹ ਗੁਣਾਤਮਕ ਹੋ ਸਕਦਾ ਹੈ, ਠੀਕ ਹੈ, ਪਰ ਉਸ ਤੋਂ ਵੀ ਬੈਸਟ ਆਪਸ਼ਨ ਆਪਣੇ ਕੋਲ ਗੁਣਾਤਮਕ ਉਪਰੋਕਤ ਦੋਵੇਂ ਵਾਲੀ ਪਈ ਹੈ, ਠੀਕ ਹੈ ਜੀ। ਤਾਂ ਆਪਾਂ ਜ਼ਿਆਦਾਤਰ ਕੀ ਆਖਦੇ ਹਾਂ ਕਿ ਜਿਹੜਾ ਡਿਵੈਲਪਮੈਂਟ ਇਹ ਕੀ ਹੈ ਜੀ, ਗੁਣਾਤਮਕ ਵੀ ਹੈ ਅਤੇ ਗਿਣਾਤਮਕ ਵੀ ਹੈ, ਦੋਨੋਂ ਹੋ ਸਕਦਾ ਹੈ। ਤਾਂ ਆਪਸ਼ਨ ਸੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਪਰ ਇਸ ਤੋਂ ਬਿਨਾਂ ਜੇਕਰ ਇੱਥੇ ਗੱਲ ਕੀਤੀ ਜਾਂਦੀ ਵਾਧੇ ਦੀ, ਕਿਉਂਕਿ ਆਪਾਂ ਡਿਸਕਸ਼ਨ ਨੂੰ ਕੰਪਲੀਟ ਵਧੀਆ ਤਰੀਕੇ ਨਾਲ ਕਰਨਾ ਹੈ। ਸਿਰਫ ਇਹ ਮਕਸਦ ਨਹੀਂ ਹੁੰਦਾ ਵੀ ਜਿੰਨੇ ਕੁਐਸਚਨ ਅੱਜ ਦੀ ਕਲਾਸ ਵਿੱਚ ਆਪਾਂ ਸ਼ਾਮਲ ਕੀਤੇ ਨੇ
ਵੀ ਉਹ ਤੁਹਾਨੂੰ ਸੇਮ ਟੂ ਸੇਮ ਆਉਣ। ਨਾ ਹੀ ਇਹ ਮਕਸਦ ਹੁੰਦਾ ਵੀ ਸਿਰਫ ਤੁਹਾਨੂੰ ਉਹ ਚੀਜ਼ ਹੀ ਅਸੀਂ ਅੱਜ ਪੜ੍ਹਾ ਕੇ ਚੱਲ ਜਾਂਗੇ। ਤਾਂ ਮਕਸਦ ਇਹ ਹੁੰਦਾ ਵੀ ਆਪਾਂ ਉਹ ਟੌਪਿਕ ਨੂੰ ਡਿਸਕਸ ਕਰਾਂਗੇ। ਇੱਥੇ ਵਿਕਾਸ ਦੀ ਗੱਲ ਹੋ ਗਈ, ਆਪਾਂ ਵਾਧੇ ਨੂੰ ਵੀ ਡਿਸਕਸ ਕਰਾਂਗੇ। ਇਸ ਤੋਂ ਬਿਨਾਂ ਆਪਾਂ ਨੇ ਜਿਵੇਂ ਬਾਕੀ ਆਪਸ਼ਨਸ ਡਿਸਕਸ ਕੀਤੇ ਨੇ, ਇਹਦੇ ਨਾਲ ਕੀ ਹੁੰਦਾ ਹੈ, ਜਦੋਂ ਤੁਸੀਂ ਰਿਲੇਟ ਕਰਕੇ ਪੜ੍ਹੋਗੇ ਤਾਂ ਉਸ ਦੇ ਵਿੱਚੋਂ, ਉਸ ਡਿਸਕਸ਼ਨ ਦੇ ਵਿੱਚੋਂ ਵੀ ਸਵਾਲ ਬਣੇਗਾ। ਤਾਂ ਵਾਧਾ ਜਿਹੜਾ ਉਹ ਗਿਣਾਤਮਕ ਹੋ ਸਕਦਾ ਹੈ, ਮਤਲਬ ਕਿ ਇਹ ਕੁਆਂਟੀਟੇਟਿਵ ਹੈ ਜੀ। ਇਹ ਚੀਜ਼ ਨੂੰ ਧਿਆਨ ਦੇ 'ਚ ਰੱਖਿਓ, ਕੁਆਂਟੀਟੇਟਿਵ। ਤਾਂ ਕੁਆਂਟੀਟੇਟਿਵ ਹੈ ਮਤਲਬ ਕਿ ਗਿਣਾਤਮਕ ਹੈ, ਜਦ ਕਿ ਡਿਵੈਲਪਮੈਂਟ ਹੈ ਜਿਹੜਾ ਇਹ ਕੁਆਲੀਟੇਟਿਵ ਐਂਡ ਕੁਆਲਿਟੀ ਦੀ ਗੱਲ ਕਰਦਾ। ਇਹ ਡਿਵੈਲਪਮੈਂਟ ਐਂਡ ਕੁਆਂਟੀਟੇਟਿਵ ਦੋਨੋਂ ਹੋ ਸਕਦਾ ਹੈ। ਤਾਂ ਉਪਰੋਕਤ ਦੋਵਾਂ ਵਾਲੀ ਆਪਸ਼ਨ ਆਪਣਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਿਨਾਂ ਹੈ ਜੀ ਪ੍ਰਸ਼ਨ ਨੰਬਰ 5, IQ ਸੂਤਰ ਵਿੱਚ ਮਾਨਸਿਕ ਉਮਰ ਤੋਂ ਇਲਾਵਾ ਕਿਸ ਉਮਰ ਦੀ ਗੱਲ ਕੀਤੀ ਜਾਂਦੀ ਹੈ। ਤਾਂ IQ ਉਮਰ, IQ ਸੂਤਰ ਹੈ ਜਿਹੜਾ, ਠੀਕ ਹੈ ਜੀ, ਯਾਨੀ ਕਿ ਇੰਟੈਲੀਜੈਂਸ ਕੋਸ਼ੈਂਟ ਦੀ ਗੱਲ ਕੀਤੀ ਗਈ ਹੈ ਇੱਥੇ, ਇੰਟੈਲੀਜੈਂਸ ਕੋਸ਼ੈਂਟ ਦੀ। ਤਾਂ ਇਸ ਦਾ ਫਾਰਮੂਲਾ ਹੁੰਦਾ ਜੀ ਮੈਂਟਲ ਏਜ ਅਪੋਨ ਕ੍ਰੋਨੋਲੋਜੀਕਲ ਏਜ ਮਲਟੀਪਲਾਈ ਬਾਈ 100। ਤਾਂ ਇਹ ਫਾਰਮੂਲਾ ਹੁੰਦਾ ਜੀ IQ ਦਾ ਇਹ ਸੂਤਰ ਹੈ, ਜਿਸ ਦੇ ਵਿੱਚ ਮੈਂਟਲ ਏਜ ਯਾਨੀ ਕਿ ਮਾਨਸਿਕ ਉਮਰ ਹੋ ਗਈ, ਠੀਕ ਹੈ ਜੀ, ਇੱਕ ਤਾਂ ਦੇਖੋ ਹੋ ਗਈ ਮਾਨਸਿਕ ਉਮਰ, ਤੇ ਇਸ ਤੋਂ ਬਿਨਾਂ CA ਮੀਨਸ ਕ੍ਰੋਨੋਲੋਜੀਕਲ ਉਮਰ, ਜਿਹਨੂੰ ਅਸੀਂ ਆਖਾਂਗੇ ਵਾਸਤਵਿਕ ਉਮਰ, ਠੀਕ ਹੈ ਜੀ। ਤੇ ਮਲਟੀਪਲਾਈ ਕਰਨਾ ਹੁੰਦਾ ਇਹਨੂੰ ਆਪਾਂ ਨੇ 100 ਦੇ ਨਾਲ। ਇਹਦੇ ਨਾਲ ਰਿਲੇਟਡ ਇੱਕ ਕੁਐਸਚਨ ਵੀ ਆਏਗਾ, ਤੁਹਾਨੂੰ IQ ਵੀ ਫਾਈਂਡ ਕਰਨਾ ਆਪਾਂ ਸਿਖਾ ਦੇਣਾ ਅੱਜ ਦੀ ਕਲਾਸ ਦੇ ਵਿੱਚ। ਤਾਂ ਆਪਸ਼ਨ A ਸੀ 82 ਉਮਰ, ਕੋਈ ਹੁੰਦੀ ਨਹੀਂ, ਇਹ 82 ਕੁਛ ਨਹੀਂ ਹੁੰਦਾ, ਠੀਕ ਹੈ। ਵਾਸਤਵਿਕ ਉਮਰ ਆਪਣਾ ਰਾਈਟ ਆਨਸਰ ਹੋ ਗਿਆ, ਬੌਧਿਕ ਉਮਰ ਇਹ ਬਾਕੀ ਆਪਸ਼ਨਾਂ ਨਹੀਂ ਆਪਾਂ ਨੇ ਦੇਖਣੀਆਂ। ਤਾਂ ਇਸ ਤਰੀਕੇ ਨਾਲ ਆਪਣਾ ਰਾਈਟ ਆਨਸਰ ਜਿਹੜਾ ਉਹ ਬਣ ਜਾਵੇਗਾ ਜੀ ਆਪਸ਼ਨ B ਵਾਸਤਵਿਕ ਉਮਰ। ਪ੍ਰਸ਼ਨ ਨੰਬਰ 6, ਹਿਊਰਿਸਟਿਕ ਵਿਧੀ ਕਿਸ ਨੇ ਵਿਕਸਿਤ ਕੀਤੀ। ਬਲੂਮ ਨੇ ਵਿਕਸਿਤ ਕੀਤੀ ਹੈ, ਪਿਆਜੇ ਨੇ, ਜਾਂ ਫਿਰ ਆਰਮਸਟਰੋਂਗ ਨੇ, ਜਾਂ ਫਿਰ ਵਾਈਗੋਟਸਕੀ ਨੇ। ਤਾਂ ਇਸ ਦੇ ਵਿੱਚੋਂ ਰਾਈਟ ਆਨਸਰ ਸਾਡਾ ਹੋ ਜਾਵੇਗਾ ਜੀ ਆਪਸ਼ਨ C। ਤਾਂ HE ਇਸ ਦਾ ਫੁੱਲ ਨੇਮ ਆਪਾਂ ਇੱਦਾਂ ਕਹਿ ਸਕਦੇ ਹਾਂ, HE ਆਰਮਸਟਰੋਂਗ, HE ਆਰਮਸਟਰੋਂਗ। ਇਹ ਚੀਜ਼ ਨੂੰ ਵੀ ਧਿਆਨ ਦੇ 'ਚ ਰੱਖਿਓ, ਕਈ ਵਾਰ ਆਪਸ਼ਨ ਜਿਹੜੀ ਉਹ ਕਈ ਵਾਰ HE ਇੱਦਾਂ ਦਾ ਕੁਛ ਨਾ ਲਿਖ ਦਿੰਦੇ ਨੇ, ਤੁਸੀਂ ਉੱਥੇ ਕਿਤੇ ਕਨਫਿਊਜ਼ ਹੋਈ ਚੱਲੋ ਵੀ HE ਕੋਈ ਅਲੱਗ ਹੀ ਜਾ ਗਈ। ਇਹ HE ਆਰਮਸਟਰੋਂਗ ਨੇ ਦਿੱਤਾ ਸੀ ਹਿਊਰਿਸਟਿਕ ਮੈਥਡ, ਹਿਊਰਿਸਟਿਕ ਵਿਧੀ। ਹਿਊਰਿਸਟਿਕ ਦਾ ਅਰਥ ਖੋਜਣਾ ਕਹਿ ਸਕਦੇ ਹਾਂ ਆਪਾਂ, ਠੀਕ ਹੈ ਜੀ। ਜ਼ਿਆਦਾਤਰ ਇਹ ਆਪਾਂ ਮੈਥ ਦੇ ਵਿੱਚ, ਠੀਕ ਹੈ, ਮੈਥ ਦੇ ਲਈ ਸਭ ਤੋਂ ਬੈਸਟ ਆਪਾਂ ਮੰਨ ਸਕਦੇ ਹਾਂ ਇਸ ਨੂੰ, ਠੀਕ ਹੈ ਜੀ, ਮੈਥ ਸਾਇੰਸ ਦੇ ਲਈ। ਅਤੇ ਇਸ ਤੋਂ ਬਾਅਦ ਹੈ ਜੀ ਸਿੱਖਣ ਦਾ ਕਲਾਸੀਕਲ ਕੰਡੀਸ਼ਨਿੰਗ ਸਿਧਾਂਤ ਕਿਸ ਨੇ ਦਿੱਤਾ। ਥੋਰਨਡਾਈਕ ਨੇ ਦਿੱਤਾ, ਸਕਿਨਰ ਨੇ ਦਿੱਤਾ, ਪੈਵਲੋਵ ਨੇ ਦਿੱਤਾ, ਗੁਥਰੀ ਨੇ ਦਿੱਤਾ। ਇਹ ਸਾਰੇ ਜਿਹੜੇ ਕੁੱਤੇ ਬਿੱਲੀਆਂ ਵਾਲੇ ਚੂਹੇ ਵਾਲੇ ਸਿਧਾਂਤ ਨੇ ਨਾ, ਆਪਾਂ ਨੇ ਇੱਕ ਕਲਾਸ ਦੇ ਵਿੱਚ ਨਿਬੇੜਤੇ ਸੀ। ਉਹ ਕਲਾਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਗੈਰਾ ਕਿਤੇ ਨਹੀਂ ਦਿੰਦਾ, ਠੀਕ ਹੈ। ਆਪਦਾ ਸਿੱਧਾ ਚੈਨਲ 'ਤੇ ਜਾਇਓ ਜੀ ਪਲੀਜ਼, ਪਲੇਲਿਸਟ ਬਣੀ ਹੋਈ ਹੈ ਪੂਰੀ, ਉਸ ਪਲੇਲਿਸਟ ਦੇ ਵਿੱਚ ਤੁਹਾਨੂੰ ਇਹ ਵੀਡੀਓ ਸਭ ਮਿਲ ਜਾਣਗੀਆਂ। ਅਦਰਵਾਈਜ਼ ਤੁਸੀਂ ਚੈਨਲ 'ਤੇ ਦੇਖ ਲਿਓ, ਕੋਈ ਕਾਫੀ ਜ਼ਿਆਦਾ ਵੀਡੀਓਜ਼ ਨਹੀਂ ਹੈਗੀਆਂ, ਮਿਲ ਜੂਗੀ ਆਰਾਮ ਨਾਲ, ਠੀਕ ਹੈ ਜੀ। ਤਾਂ ਕਲਾਸੀਕਲ ਕੰਡੀਸ਼ਨਿੰਗ ਸਿਧਾਂਤ ਨੂੰ ਆਪਾਂ ਪੂਰਾ ਡਿਸਕਸ ਕੀਤਾ ਹੋਇਆ ਕਲਾਸ ਦੇ ਵਿੱਚ। ਤਾਂ ਕਲਾਸੀਕਲ ਕੰਡੀਸ਼ਨਿੰਗ ਦਾ ਸਿਧਾਂਤ ਸੀ ਜਿਹੜਾ ਇਹ ਪੈਵਲੋਵ ਨੇ ਦਿੱਤਾ ਸੀ। ਆਪਸ਼ਨ C ਹੈ ਜਿਹੜਾ ਇਹ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਿਨਾਂ ਕੰਡੀਸ਼ਨਿੰਗ ਸਿਧਾਂਤ ਯਾਨੀ ਕਿ ਜੋ ਕੰਡੀਸ਼ਨਿੰਗ ਥਿਊਰੀਜ਼ ਨੇ, ਇਹਦੇ ਵਿੱਚ ਆਪਾਂ ਸਮਝਦੇ ਵੀ ਕੀ ਗੱਲ ਕੀਤੀ ਜਾਂਦੀ ਹੈ। ਇਸ ਦੇ ਵਿੱਚ ਗੱਲ ਕੀਤੀ ਜਾਂਦੀ ਹੈ SR ਦੀ। SRS ਦਾ ਮੀਨਿੰਗ ਹੁੰਦਾ ਹੈ ਸਟਿਮੂਲਸ ਐਂਡ R ਦਾ ਮੀਨਿੰਗ ਹੈ ਜੀ ਰਿਸਪੌਂਸ। ਸਟਿਮੂਲਸ ਰਿਸਪੌਂਸ ਦੀ ਗੱਲ ਕੀਤੀ ਜਾਂਦੀ ਹੈ, ਯਾਨੀ ਕਿ ਉਹ ਤੋਂ ਆਪਾਂ ਕਹਿ ਸਕਦੇ ਹਾਂ ਉਤੇਜਕ ਪ੍ਰਤੀਕਿਰਿਆ ਅਨੁਕਿਰਿਆ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ ਜੀ। ਤਾਂ ਇਸ ਚੀਜ਼ ਦੀ ਇਸ ਦੇ ਵਿੱਚ ਗੱਲ ਕੀਤੀ ਜਾਂਦੀ ਹੈ। ਅਤੇ ਇਸ ਤੋਂ ਬਿਨਾਂ ਆਪਾਂ ਜੇਕਰ ਡਿਸਕਸ ਕਰੀਏ, ਇੱਥੇ ਹੋਰ ਨਾਮ ਵੀ ਆਏ ਨੇ, ਠੀਕ ਹੈ ਜੀ, ਜਿਵੇਂ ਕਿ ਥੋਰਨਡਾਈਕ ਡਿਸਕਸ਼ਨ ਹੋ ਗਈ। ਥੋਰਨਡਾਈਕ ਨੇ ਟਰਾਇਲ ਐਂਡ ਐਰਰ ਮੈਥਡ ਦਿੱਤਾ ਹੈ, ਯਾਨੀ ਕਿ ਯਤਨ ਐਂਡ ਭੁੱਲ ਵਿਧੀ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ ਜੀ, ਥੋਰਨਡਾਈਕ ਨੇ ਦਿੱਤਾ ਹੈ। ਇਸ ਤੋਂ ਬਿਨਾਂ ਸਕਿਨਰ ਦੀ ਜਿਹੜੀ ਮਤਲਬ ਥਿਊਰੀ ਦਾ ਨੇਮ ਆ ਉਹ ਥੋੜ੍ਹਾ ਜਿਹਾ ਇਹਦੇ ਨਾਲ ਮਿਲਦਾ ਹੈ, ਠੀਕ ਹੈ। ਤਾਂ ਇਸ ਚੀਜ਼ ਨੂੰ ਡਿਫਰੈਂਸ ਨੂੰ ਪਲੀਜ਼ ਕਲੀਅਰ ਜ਼ਰੂਰ ਰੱਖਿਓ। ਤਾਂ ਇੱਥੇ ਗੱਲ ਹੈ ਜਦੋਂ ਕਲਾਸੀਕਲ ਦੀ, ਕਲਾਸੀਕਲ ਕੰਡੀਸ਼ਨਿੰਗ ਸਿਧਾਂਤ ਤਾਂ ਪੈਵਲੋਵ ਦਾ ਨਾਂ ਆ ਜਾਂਦਾ ਹੈ, ਕੋਈ ਡਾਊਟ ਨਹੀਂ। ਪਰ ਜਦੋਂ ਇੱਥੇ ਕਰ ਦੇਣ ਗੱਲ ਇਹ ਕੰਡੀਸ਼ਨਿੰਗ ਸਿਧਾਂਤ ਸੇਮ ਲਿਖਿਆ ਹੋਏਗਾ, ਜਦੋਂ ਇਹ ਗੱਲ ਕਰਦੇ ਨੇ ਓਪਰੈਂਟ, ਠੀਕ ਹੈ ਜੀ, ਓਪਰੈਂਟ ਕੰਡੀਸ਼ਨਿੰਗ ਥਿਊਰੀ, ਠੀਕ ਹੈ ਜੀ, ਕੰਡੀਸ਼ਨਿੰਗ ਥਿਊਰੀ, ਜਾਂ ਫਿਰ ਕਹਿ ਦੇਣ ਇੰਸਟਰੂਮੈਂਟਲ, ਤੇ ਇੰਸਟਰੂਮੈਂਟਲ ਕੰਡੀਸ਼ਨਿੰਗ ਥਿਊਰੀ, ਇੰਸਟਰੂਮੈਂਟਲ ਕੰਡੀਸ਼ਨਿੰਗ ਥਿਊਰੀ ਦੀ ਗੱਲ ਕਰਦੇ ਨੇ, ਓਪਰੈਂਟ ਕੰਡੀਸ਼ਨਿੰਗ ਥਿਊਰੀ ਦੀ ਗੱਲ ਕਰਦੇ ਨੇ, ਤਾਂ ਉੱਥੇ ਨਾਮ ਆ ਜਾਂਦਾ ਜੀ ਸਕਿਨਰ ਦਾ, ਠੀਕ ਹੈ ਜੀ। ਸਕਿਨਰ ਜਿਹੜਾ ਇਹ ਰੀਇਨਫੋਰਸਮੈਂਟ ਦੀ ਗੱਲ ਕਰਦਾ ਹੈ, ਭਾਵ ਕਿ ਪੁਨਰ ਵਲਣ ਦੀ ਗੱਲ ਕਰਦਾ ਹੈ।
ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 8, ਵਾਧੇ ਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਨੂੰ ਚੁਣੋ। ਉਮਰ, ਵਾਤਾਵਰਨ, ਵਿਰਸਾ ਜਾਂ ਉਪਰੋਕਤ ਸਾਰੇ। ਸਿੰਪਲ ਜਿਹਾ ਕੁਐਸਚਨ ਹੈ। ਉਮਰ ਵੀ ਪ੍ਰਭਾਵਿਤ ਕਰਦੀ ਹੈ, ਵਾਤਾਵਰਨ ਵੀ ਪ੍ਰਭਾਵਿਤ ਕਰਦਾ ਹੈ ਵਾਧੇ ਦੇ ਵਿਕਾਸ ਨੂੰ, ਵਿਰਸਾ ਵੀ ਕਰਦਾ, ਤਾਂ ਉਪਰੋਕਤ ਸਾਰੇ ਵਾਲੀ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਕੋਈ ਵਾਲਾ ਇਸ ਦੇ ਵਿੱਚ ਡਿਸਕਸ਼ਨ ਵਾਲਾ ਨਹੀਂ ਸੀ। ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਜੀ ਪ੍ਰਸ਼ਨ ਨੰਬਰ 9, ਬਲੂਮ ਟੈਕਸੋਨੋਮੀ ਦੇ ਮੁੱਖ ਕਿੰਨੇ ਖੰਡ ਹਨ? ਬਲੂਮ ਟੈਕਸੋਨੋਮੀ ਦੇ ਮੁੱਖ ਕਿੰਨੇ ਖੰਡ ਹਨ? 5 ਨੇ, 3 ਨੇ, 4 ਨੇ, 6 ਨੇ। ਤਾਂ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਏਗਾ ਆਪਣਾ ਆਪਸ਼ਨ ਬੀ। ਇਸ 'ਤੇ ਮੇਨ ਤੌਰ 'ਤੇ ਜੇਕਰ ਆਪਾਂ ਮੰਨੀਏ ਤਾਂ 3 ਭਾਗਾਂ ਦੇ ਵਿੱਚ ਬਲੂਮ ਦੀ ਟੈਕਸੋਨੋਮੀ ਜਿਹੜੀ ਉਹ ਵਿਭਾਜਿਤ ਹੈ। ਠੀਕ ਹੈ ਜੀ। ਇਹ 3 ਭਾਗ ਕਿਹੜੇ ਕਿਹੜੇ ਨੇ ਉਹ ਵੀ ਸਮਝਣਾ ਆਪਣੇ ਲਈ ਥੋੜ੍ਹਾ ਜਿਹਾ ਇੰਪੋਰਟੈਂਟ ਹੋ ਜਾਂਦਾ ਹੈ। ਤਾਂ ਇਹਨਾਂ ਦੇ ਵਿੱਚੋਂ ਬਲੂਮ ਹੈ ਜਿਹੜਾ ਉਹ ਇੱਕ ਤਾਂ ਗੱਲ ਕਰਦਾ ਕੋਗਨੀਟਿਵ ਦੀ, ਠੀਕ ਹੈ ਜੀ, ਇੱਕ ਗੱਲ ਕਰਦਾ ਅਫੈਕਟਿਵ ਦੀ, ਅਤੇ ਇਸ ਤੋਂ ਬਿਨਾਂ ਇੱਕ ਗੱਲ ਕਰਦਾ ਇਹ ਸਾਈਕੋਮੋਟਰ ਦੀ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਗੱਲਾਂ ਕਰਦਾ ਅਲੱਗ-ਅਲੱਗ। ਠੀਕ ਹੈ ਜੀ। ਉਹ ਆਪਾਂ ਕਦੇ ਡਿਟੇਲਡ ਵੀਡੀਓ ਆਉਣ ਵਾਲੀ ਆਪਣੇ ਚੈਨਲ ਦੇ ਉੱਤੇ, ਠੀਕ ਹੈ ਜੀ, ਬਲੂਮ ਟੈਕਸੋਨੋਮੀ 'ਤੇ। ਠੀਕ ਹੈ ਜੀ। ਅੱਜ ਹੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ, ਤਾਂ ਕਿ ਤੁਹਾਨੂੰ ਇੱਥੇ ਵੀਡੀਓਜ਼ ਜਿਹੜੀਆਂ ਉਹ ਮਿਲਦੀਆਂ ਰਹਿਣ। ਜੇਕਰ ਬੱਚੇ ਦੀ ਉਮਰ 14, ਮਾਨਸਿਕ ਉਮਰ ਜਿਹੜੀ ਉਹ 14, ਤਾਂ ਦੇਖੋ ਡਾਇਰੈਕਟ ਕੁਐਸਚਨ ਆ ਗਿਆ ਜੀ ਉਹਦੇ 'ਤੇ। ਮਾਨਸਿਕ ਉਮਰ ਹੈ ਜਿਹੜੀ 14 ਹੈ ਅਤੇ ਵਾਸਤਵਿਕ ਉਮਰ ਹੈ ਜਿਹੜੀ ਉਹ ਹੈ ਜੀ 13। ਤਾਂ ਉਸ ਦਾ ਬੁੱਧੀ ਅੰਕ ਯਾਨੀ ਕਿ IQ ਕਿੰਨਾ ਹੋਏਗਾ? ਤਾਂ IQ ਯਾਨੀ ਕਿ ਇੰਟੈਲੀਜੈਂਸ ਕੋਸ਼ੈਂਟ ਜਿਹੜਾ ਆਪਾਂ ਨੇ ਫਾਈਂਡ ਆਊਟ ਕਰਨਾ ਹੈ। ਇਸ ਦੇ ਲਈ ਮੈਂ ਤੁਹਾਨੂੰ ਦੋਸਤੋ ਇੱਕ ਫਾਰਮੂਲਾ ਜਿਹੜਾ ਉਹ ਪਹਿਲਾਂ ਦੱਸ ਚੁੱਕੇ ਹਾਂ। ਫਾਰਮੂਲਾ ਕੀ ਆਖਦਾ? MA ਦਾ ਮੀਨਿੰਗ ਹੈ ਮਾਨਸਿਕ ਉਮਰ, ਠੀਕ ਹੈ ਜੀ, ਮੈਂਟਲ ਏਜ। ਅਤੇ ਵਾਸਤਵਿਕ ਉਮਰ ਨੂੰ ਅਸੀਂ ਆਖਦੇ ਹਾਂ ਕਰੋਨੋਲੋਜੀਕਲ ਏਜ ਯਾਨੀ ਕਿ CA ਇਨਟੂ ਹੁੰਦਾ ਇਹ 100। ਤਾਂ ਇਸ ਤਰੀਕੇ ਨਾਲ ਜਦੋਂ ਆਪਾਂ ਕਰਾਂਗੇ, ਉੱਪਰ ਲਿਖਾਂਗੇ ਆਪਾਂ 14 ਨੂੰ, ਨੀਚੇ ਲਿਖਾਂਗੇ ਆਪਾਂ 13 ਨੂੰ, ਅਤੇ ਇਹਨੂੰ ਮਲਟੀਪਲਾਈ ਕਰਾਂਗੇ ਆਪਾਂ 100 ਦੇ ਨਾਲ। ਤਾਂ ਇਹ ਸਾਰੀ ਮਲਟੀਪਲਾਈ 1400 ਡਿਵਾਈਡ ਬਾਈ 13 ਬਣ ਜੂਗਾ, ਤਾਂ 107.69। ਇਹ ਸਾਡਾ ਜਿਹੜਾ ਰਾਈਟ ਆਨਸਰ ਆ ਜੂਗਾ ਆਪਸ਼ਨ ਬੀ। ਠੀਕ ਹੈ ਜੀ। ਇੱਕ ਵਾਰ ਕਰਕੇ ਦੇਖ ਲਿਓ। ਠੀਕ ਹੈ। ਤਾਂ ਮੈਂਟਲ ਏਜ ਨੂੰ ਡਿਵਾਈਡ ਕਰਨਾ ਹੁੰਦਾ ਹੈ ਕਰੋਨੋਲੋਜੀਕਲ ਏਜ ਦੇ ਨਾਲ, ਅਤੇ ਮਲਟੀਪਲਾਈ ਕਰਨਾ ਹੁੰਦਾ ਅਸੀਂ ਨੇ 100 ਦੇ ਨਾਲ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 11, ਹੇਠ ਲਿਖਿਆਂ ਵਿੱਚੋਂ ਕਿਹੜੀ ਬੱਚੇ ਦੀ ਮਨੋਕਿਰਿਆਤਮਕ ਗਤੀਵਿਧੀ ਨਹੀਂ ਹੈ? ਇੱਥੇ ਇੱਕ ਸ਼ਬਦ ਤੁਹਾਨੂੰ ਨਾਲ ਹੋਰ ਲਿਖ ਦਿੰਦੇ ਹਾਂ, ਈਜੀ ਹੋ ਜਾਊਗਾ ਸਮਝਣਾ। ਗੱਲ ਕੀਤੀ ਗਈ ਹੈ ਇੱਥੇ ਸਾਈਕੋਮੋਟਰ ਸਕਿੱਲ ਦੀ। ਠੀਕ ਹੈ ਜੀ। ਸਾਈਕੋਮੋਟਰ ਐਕਟੀਵਿਟੀ ਦੀ ਗੱਲ ਕੀਤੀ ਗਈ ਹੈ। ਇੱਥੇ ਥੋੜ੍ਹਾ ਜਿਹਾ ਗੜਬੜ ਹੋ ਗਈ, ਸਾਈਕੋਮੋਟਰ। ਠੀਕ ਹੈ ਜੀ। ਸਾਈਕੋਮੋਟਰ ਐਕਟੀਵਿਟੀ ਦੀ ਗੱਲ ਕੀਤੀ ਗਈ ਹੈ। ਤੁਸੀਂ ਦੱਸਣਾ ਇਹਨਾਂ ਵਿੱਚੋਂ ਕਿਹੜੀ ਨਹੀਂ ਹੈ। ਮਤਲਬ ਕਿ 3 ਆਪਸ਼ਨਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ 3 ਨੇ ਜਿਹੜੀਆਂ ਉਹ ਸਾਈਕੋਮੋਟਰ ਐਕਟੀਵਿਟੀਜ਼ ਹੈਗੀਆਂ ਨੇ, ਇੱਕ ਹੈ ਜਿਹੜੀ ਉਹ ਨਹੀਂ ਹੈ ਜੀ। ਤਾਂ ਸੋਚਣਾ, ਲਿਖਣਾ, ਖੇਡਣਾ, ਉਛਲਣਾ, 4 ਦੇ ਵਿੱਚੋਂ ਵੈਸੇ ਰੀਜਨਿੰਗ ਲਗਾਓ ਕੀ ਚੀਜ਼ ਅਲੱਗ ਲੱਗ ਰਹੀ ਹੈ ਤੁਹਾਨੂੰ। ਮਤਲਬ ਕਿ ਜਦੋਂ ਕੋਈ ਲਿਖ ਰਿਹਾ ਹੈ ਤਾਂ ਉਸ ਦੇ ਹੱਥ ਵਿੱਚ ਸ਼ਾਮਲ ਨੇ, ਉਸ ਦੀਆਂ ਮਾਸਪੇਸ਼ੀਆਂ ਵਿੱਚ ਸ਼ਾਮਲ ਨੇ। ਮਤਲਬ ਇੱਥੇ ਮਾਸਪੇਸ਼ੀਆਂ ਸ਼ਾਮਲ ਨੇ, ਖੇਡਣ ਦੇ ਵਿੱਚ ਵੀ ਸ਼ਾਮਲ ਹੈਗੀਆਂ ਨੇ ਮਾਸਪੇਸ਼ੀਆਂ, ਕੋਈ ਡਾਊਟ ਨਹੀਂ। ਠੀਕ ਹੈ ਜੀ। ਇਸ ਦੇ ਵਿੱਚ ਲਿਖਣ ਦੇ ਵਿੱਚ, ਖੇਡਣ ਦੇ ਵਿੱਚ, ਉਛਲਣ ਦੇ ਵਿੱਚ, ਇਸ ਦੇ ਵਿੱਚ ਉਸ ਦੀਆਂ ਜਿਹੜੀਆਂ ਮੋਟਰ ਸਕਿੱਲਸ ਨੇ ਉਹ ਇਨਵੋਲਵ ਨੇ। ਬਟ ਜਦੋਂ ਉਹ ਸੋਚ ਰਿਹਾ ਹੈ ਤਾਂ ਉਹ ਕੀ ਹੋ ਗਿਆ? ਇੱਕ ਕੋਗਨੀਟਿਵ ਲੈਵਲ ਹੋ ਗਿਆ। ਠੀਕ ਹੈ। ਬੌਧਿਕ ਤੌਰ 'ਤੇ, ਬੁੱਧੀ ਦੇ ਵੱਲ 'ਤੇ ਉਹ ਸੋਚ ਰਿਹਾ ਹੈ। ਠੀਕ ਹੈ। ਤਾਂ ਇਹ ਜਿਹੜਾ ਆਪਸ਼ਨ A ਹੈ, ਇਹ ਮਨੋਕਿਰਿਆਤਮਕ ਗਤੀਵਿਧੀ ਨਹੀਂ ਹੈ, ਯਾਨੀ ਕਿ ਸਾਈਕੋਮੋਟਰ ਸਕਿੱਲ ਕਹਿ ਲਓ, ਸਾਈਕੋਮੋਟਰ ਦੇ ਵਿੱਚ ਇਹ ਚੀਜ਼ ਸ਼ਾਮਲ ਨਹੀਂ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 12, ਵਿਗੋਤਸਕੀ ਦੇ ਅਨੁਸਾਰ ਬੱਚਾ ਸਿੱਖਦਾ ਹੈ ਕਿਸ ਚੀਜ਼ ਤੋਂ ਸਿੱਖਦਾ ਹੈ? ਵਿਗੋਤਸਕੀ ਹੈ ਜਿਹੜਾ ਇਹ ਕੀ ਆਖਦਾ? ਕਹਿੰਦਾ ਅਨੁਕਰਨ ਕਰਕੇ ਸਿੱਖਦਾ ਹੈ, ਜਾਂ ਬਾਲਗਾਂ ਅਤੇ ਸਾਥੀਆਂ ਨਾਲ ਸ਼ਮੂਲੀਅਤ ਕਰਕੇ ਸਿੱਖਦਾ ਹੈ, ਜਾਂ ਫਿਰ ਪੁਨਰਵਲਣ ਦੇ ਨਾਲ ਸਿੱਖਦਾ ਹੈ, ਜਾਂ ਪਰਿਪੱਕ ਹੋ ਕੇ ਸਿੱਖਦਾ ਹੈ। ਤਾਂ ਜਿਹੜਾ ਵਿਗੋਤਸਕੀ ਹੈ ਇਹ ਗੱਲ ਕਰਦਾ ਜੀ ਸ਼ਮੂਲੀਅਤ ਦੀ। ਤਾਂ ਆਪਸ਼ਨ ਬੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਤਾਂ ਇਹ ਮਤਲਬ ਸੁਸਾਇਟੀ ਦੇ ਨਾਲ, ਸਮਾਜ ਦੇ ਨਾਲ ਮਿਲ ਕੇ ਕੁਝ ਸਿੱਖਣ ਦੀ ਗੱਲ ਕਰਦਾ ਹੈ। ਇਸ ਤੋਂ ਬਿਨਾਂ ਹੈ ਜੀ ਪ੍ਰਸ਼ਨ ਨੰਬਰ 13, ਬਾਲ ਕੇਂਦਰਿਤ ਸਿੱਖਿਆ ਸ਼ਾਸਤਰ ਦਾ ਅਰਥ ਕੀ ਹੈ? ਮਤਲਬ ਕੀ ਇਸ ਦੇ ਰੀਅਲ ਮਾਇਨੇ ਆਪਾਂ ਕਹਿ ਸਕਦੇ ਹਾਂ। ਤਾਂ ਆਪਸ਼ਨਾਂ ਦੇ ਵਿੱਚੋਂ ਆਪਾਂ ਸਿਲੈਕਟ ਕਰਨਾ ਜੀ ਬੱਚਿਆਂ ਨੂੰ ਅਧਿਆਪਕ ਦੀ ਪਾਲਣਾ ਕਰਨ ਅਤੇ ਨਕਲ ਕਰਨ ਲਈ ਕਹਿਣਾ। ਇਸ ਤੋਂ ਬਿਨਾਂ ਹੋਰ ਕੀ ਹੋ ਸਕਦਾ ਕਿ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣਾ। ਸਿਰਫ ਨੈਤਿਕ ਸਿੱਖਿਆ ਕਾਫੀ ਨਹੀਂ ਹੈਗੀ। ਬੱਚਿਆਂ ਨੂੰ ਪੂਰੀ ਤਰ੍ਹਾਂ ਵਿਹਲੇ ਕਰ ਦੇਣਾ, ਬਿਲਕੁਲ ਵੀ ਨੈਗੇਟਿਵ ਪੁਆਇੰਟ ਹੈ ਇਹ ਤਾਂ ਬੱਚਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ, ਇਹ ਆਪਾਂ ਬਾਲ ਕੇਂਦਰਿਤ ਸਿੱਖਿਆ ਸ਼ਾਸਤਰ ਦਾ ਅਰਥ ਕਹਿ ਸਕਦੇ ਹਾਂ। ਇੱਥੇ ਗੱਲ ਕੀਤੀ ਗਈ ਹੈ ਚਾਈਲਡ ਸੈਂਟਰਡ ਪੈਡਾਗੋਜੀ ਦੀ। ਤਾਂ ਚਾਈਲਡ ਸੈਂਟਰਡ ਪੈਡਾਗੋਜੀ ਹੈ ਜਿਹੜੀ, ਹੁਣ ਤੁਸੀਂ ਦੇਖੋ ਅਧਿਆਪਕ ਪੜ੍ਹਾ ਰਿਹਾ ਹੈ,
ਅਧਿਆਪਕ ਜੋ ਵੀ ਮੈਥਡ ਵਰਤ ਰਿਹਾ ਹੈ, ਜੋ ਵੀ ਟੀਚਿੰਗ ਏਡ ਵਰਤ ਰਿਹਾ ਹੈ, ਜੋ ਵੀ ਜਿਸ ਤਰ੍ਹਾਂ ਦੇ ਵਾਤਾਵਰਨ ਬਣਾ ਰਿਹਾ ਹੈ, ਜੋ ਵੀ ਟੈਕਸਟ ਬੁੱਕ ਵਰਤ ਰਿਹਾ ਹੈ, ਜੋ ਵੀ ਮੈਥਡ ਉਸਨੇ ਅਪਲਾਈ ਕੀਤਾ ਸੀ ਜਾਂ ਕਰ ਰਿਹਾ ਹੈ, ਇਹ ਸਭ ਚੀਜ਼ਾਂ ਨੇ ਨਾ ਜਿਹੜੀਆਂ ਉਹ ਬੱਚੇ ਦੇ ਅਨੁਸਾਰ ਹੋਣੀ ਚਾਹੀਦੀਆਂ ਨੇ। ਇਹਦਾ ਮੀਨਿੰਗ ਕੀ ਹੈ ਕਿ ਬੱਚਾ ਜਿਹੜਾ ਉਹ ਸੈਂਟਰ ਦੇ ਵਿੱਚ ਹੋਣਾ ਚਾਹੀਦਾ ਹੈ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਟੀਚਰ ਨੇ ਅਲੱਗ-ਅਲੱਗ ਵਰਤੀਆਂ ਨੇ ਨਾ, ਹੱਥ ਕੰਡੇ ਬਣਾਏ ਨੇ, ਉਹ ਕਾਹਦੇ ਲਈ? ਸਿਰਫ ਤੇ ਸਿਰਫ ਵਿਦਿਆਰਥੀ ਦੇ ਲਈ, ਚਿਲਡਰਨ ਦੇ ਲਈ ਅਪਣਾਏ ਨੇ। ਠੀਕ ਹੈ, ਤਾਂ ਚਾਈਲਡ ਸੈਂਟਰਡ ਕੀ ਹੋ ਗਈ? ਇਹ ਐਜੂਕੇਸ਼ਨ ਹੋ ਗਈ। ਤਾਂ ਚਾਈਲਡ ਸੈਂਟਰਡ ਐਜੂਕੇਸ਼ਨ ਕਹਿ ਲਓ, ਚਾਈਲਡ ਸੈਂਟਰਡ ਮੈਥਡਸ ਅਪਣਾਉਣੇ ਪੈਣਗੇ, ਚਾਈਲਡ ਸੈਂਟਰਡ ਹੀ ਇਨਵਾਇਰਮੈਂਟ ਬਣਾਉਣਾ ਪਵੇਗਾ। ਤਾਂ ਇਸ ਤਰੀਕੇ ਨਾਲ ਬਾਲ ਕੇਂਦਰਿਤ ਦਾ ਮੀਨਿੰਗ ਇਹ ਹੈ ਵੀ ਸਭ ਕੁਝ ਬੱਚੇ ਦੇ ਅਨੁਸਾਰ ਹੋਵੇ। ਤਾਂ ਸਭ ਕੁਝ ਬੱਚੇ ਦੇ ਅਨੁਸਾਰ ਕਰਨ ਦੇ ਲਈ ਕੀ ਕਰਨਾ ਪਊਗਾ? ਬੱਚੇ ਨੂੰ ਵਿੱਚ ਸ਼ਾਮਲ ਕਰਵਾਉਣਾ ਜ਼ਰੂਰੀ ਹੈ। ਤਾਂ ਇਹ ਚੀਜ਼ ਨੂੰ ਅਸੀਂ ਨੇ ਯਕੀਨੀ ਬਣਾਉਣਾ ਹੈ ਕਿ ਬੱਚੇ ਦੀ ਸ਼ਮੂਲੀਅਤ ਵਿੱਚ ਹੋਵੇ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 14, ADHD ਦਾ ਮਤਲਬ। ਤਾਂ ADHD ਦਾ ਮਤਲਬ ਆਪਾਂ ਨੇ ਦੱਸਣਾ ਕਿ ਬੋਲਣ ਦੇ ਵਿੱਚ ਮੁਸ਼ਕਲ ਵਾਲੇ ਬੱਚੇ ADHD ਦਾ ਕੀ ਇਹ ਹਿੱਸਾ ਹੈਗੇ ਨੇ, ਜਾਂ ਫਿਰ ਸੁਣਨ ਦੀ ਕਮੀ ਵਾਲੇ ਬੱਚੇ, ਅਤੇ ਧਿਆਨ ਦੀ ਵਿਕਾਰ ਵਾਲੇ ਬੱਚੇ, ਦ੍ਰਿਸ਼ਟੀਹੀਨਤਾ ਵਾਲੇ ਬੱਚੇ। ਤਾਂ ਇਸ ਦੇ ਵਿੱਚੋਂ ਰਾਈਟ ਆਪਸ਼ਨ ਆਪਣਾ ਹੋ ਜਾਵੇਗਾ ਜੀ ਆਪਸ਼ਨ ਸੀ। ਆਪਸ਼ਨ ਸੀ ਜਿਹੜਾ ਬਿਲਕੁਲ ਰਾਈਟ ਹੈ ਜੀ। ਇਸ ਦੇ ਵਿੱਚ ਗੱਲ ਕੀਤੀ ਗਈ ਹੈ ਧਿਆਨ ਦੀ ਵਿਕਾਰ, ਮਤਲਬ ਕਿ ਧਿਆਨ ਦੇ ਵਿੱਚ ਉਹ ਅਯੋਗ ਹੈ, ਥੋੜ੍ਹੀ ਬਹੁਤ ਉਹਨੂੰ ਦਿੱਕਤ ਹੈ ਨਾ। ਤਾਂ ਜਦੋਂ ਅਟੈਂਸ਼ਨ ਦੀ ਗੱਲ ਕੀਤੀ ਜਾਵੇ ਤਾਂ ਉੱਥੇ ADHD ਨੂੰ ਅਸੀਂ ਸਿਲੈਕਟ ਕਰ ਲਵਾਂਗੇ। ਇਹ ADHD ਕੀ ਸ਼ੈ ਹੈ, ਇਹ ਤੁਹਾਨੂੰ ਡਿਟੇਲਡ ਵੀਡੀਓ ਮਿਲੇਗੀ ਜਿਸ ਦੇ ਵਿੱਚ ਸਾਰੇ ਡਿਸਆਰਡਰ ਨੇ ਜਿਹੜੇ ਉਹ ਅਸੀਂ ਡਿਸਕਸ ਕਰ ਚੁੱਕੇ ਹਾਂ। ਪਰ ਇੱਕ ਦਿੱਕਤ ਬਹੁਤ ਆ ਰਹੀ ਹੈ, ਮੈਂ ਇਹ ਕਹਿ ਤਾਂ ਦਿੰਦਾ, ਮੂੰਹੋਂ ਨਿਕਲ ਜਾਂਦਾ ਵੀ ਉਹ ਵੀਡੀਓ ਦੇਖ ਲਿਓ, ਉਹ ਤਾਂ ਲੱਭ ਪਤਾ ਨਹੀਂ ਕਿਉਂ ਨਹੀਂ ਰਹੀ ਕਿਸੇ ਨੂੰ। ਚੈਨਲ ਦੇ ਉੱਤੇ ਪਈ ਹੈ, ਪਲੇਲਿਸਟ ਦੇ ਵਿੱਚ ਪਈ ਹੈ, ਤਾਂ ਉਹ ਜ਼ਰੂਰ ਜਾ ਕੇ ਦੇਖੋ। ਡਿਸਆਰਡਰ ਸਰਚ ਕਰ ਲਓ, ਡਿਸਆਰਡਰਸ ਬਾਈ ਸਟੱਡੀ ਫਾਈਟਰਸ, ਤਾਂ ਵੀ ਆ ਜਾਊਗੀ। ADHD, ਤਾਂ ADHD ਦੀ ਫੁੱਲ ਫਾਰਮ ਹੈ ਜੀ ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਗੱਲ ਕੀਤੀ ਜਾਂਦੀ ਕਿ ਬੱਚਾ ਜਿਹੜਾ ਉਸਦਾ ਜਿਹੜਾ ਧਿਆਨ ਹੈ ਉਸ ਦੇ ਵਿੱਚ ਕੋਈ ਦਿੱਕਤ ਹੈ, ਹੈ ਨਾ। ਧਿਆਨ ਦੇ ਵਿੱਚ ਵਿਕਾਰ ਦੀ ਗੱਲ ਹੈ, ਮਤਲਬ ਕਿ ਕਿਸੇ ਤਰ੍ਹਾਂ ਦੀ ਅਯੋਗਤਾ ਹੈ, ਉਸ ਤੇ ਡਿਸਆਰਡਰ ਹੈ ਇਹ। ਕਾਹਦੇ ਨਾਲ ਰਿਲੇਟਡ? ਅਟੈਂਸ਼ਨ ਦੇ ਨਾਲ, ਮਤਲਬ ਉਹਦੀ ਅਟੈਂਸ਼ਨ ਇੱਕ ਥਾਂ 'ਤੇ ਇਕਾਗਰਤਾ ਨਹੀਂ ਹੈਗੀ, ਉਸ ਦਾ ਧਿਆਨ ਜਿਹੜਾ ਉਹ ਭਟਕ ਰਿਹਾ ਇੱਧਰ ਉੱਧਰ। ਕਲਾਸ ਵਿੱਚ ਡਰਪੂਰਨ ਵਾਤਾਵਰਨ ਬਣਾਉਣ ਆਉਣਾ ਸੀ ਇੱਥੇ। ਠੀਕ ਹੈ ਜੀ। ਡਰਪੂਰਨ ਵਾਤਾਵਰਨ ਬਣਾਉਣ ਦੀ ਬਜਾਏ ਕਿਸ ਤਰ੍ਹਾਂ ਦਾ ਵਾਤਾਵਰਨ ਬਣਾਉਣਾ ਚਾਹੀਦਾ ਹੈ? ਮੁਕਾਬਲੇ ਵਾਲਾ ਹੋਣਾ ਚਾਹੀਦਾ ਹੈ, ਤੁਲਨਾਤਮਕ ਹੋਣਾ ਚਾਹੀਦਾ ਹੈ, ਸਮਾਵੇਸ਼ੀ ਅਤੇ ਸਹਿਯੋਗੀ ਹੋਣਾ ਚਾਹੀਦਾ ਹੈ, ਜਾਂ ਫਿਰ ਹਾਸੇ ਠੱਠੇ ਵਾਲਾ ਹੋਣਾ ਚਾਹੀਦਾ ਹੈ? ਮੁਕਾਬਲੇ ਵਾਲਾ ਨਾ, ਉਹਨਾਂ ਨੂੰ ਆਪਾਂ ਕੋਈ ਕੰਪੀਟੀਟਰ ਹੋਣੇ ਥੋੜ੍ਹੀ ਬਣਾ ਰਹੇ ਹਾਂ, ਉਹਨੂੰ ਤਾਂ ਆਪਾਂ ਨੇ ਸਿਖਾਉਣਾ ਹੈ। ਤੁਲਨਾਤਮਕ ਬਿਲਕੁਲ ਨਹੀਂ ਹੋ ਸਕਦਾ, ਨੈਗੇਟਿਵ ਪੁਆਇੰਟ ਹੈ। ਤੁਲਨਾ ਤਾਂ ਕਰਨੀਆਂ ਹੀ ਨਹੀਂ ਵੀ ਇਹ ਬੱਚਾ ਵਧੀਆ, ਇਹ ਬੇਕਾਰ ਹੈ, ਤੁਲਨਾ ਨਹੀਂ ਕਰਨੀ। ਸਮਾਵੇਸ਼ੀ ਅਤੇ ਸਹਿਯੋਗੀ ਬੈਸਟ ਹੋ ਸਕਦਾ ਆਪਸ਼ਨ। ਇਸ ਤੋਂ ਬਿਨਾਂ ਇੱਕ ਆਪਸ਼ਨ ਹੋਰ ਸੀ ਇਹਦੇ ਵਿੱਚ ਕਿ ਹਾਸੇ ਠੱਠੇ ਵਾਲਾ। ਆਪਾਂ ਉਹਨਾਂ ਨੂੰ ਜੋਕ ਬੁਲਾਉਣ ਵਾਸਤੇ ਥੋੜ੍ਹੀ ਪੇਰੈਂਟਸ ਨੂੰ ਕਿਹਾ ਵੀ ਇੱਥੇ ਦਾਖਲਾ ਭਰ ਦਿਓ ਬੱਚੇ ਦਾ, ਉਹਨਾਂ ਨੂੰ ਆਪਾਂ ਨੇ ਕੁਝ ਸਿਖਾਉਣਾ ਹੈ। ਉਹ ਸਿਖਾਇਆ ਕਿਵੇਂ ਜਾਊਗਾ? ਸਮਾਵੇਸ਼ੀ ਅਤੇ ਸਹਿਯੋਗ ਦੇ ਕੇ। ਸਮਾਵੇਸ਼ੀ ਦਾ ਮੀਨਿੰਗ ਹੈ ਇਨਕਲੂਸਿਵ ਐਂਡ ਸਹਿਯੋਗ ਕੋਆਪਰੇਸ਼ਨ ਕਰਕੇ, ਹੈ ਨਾ। ਤਾਂ ਇਹ ਸਭ ਚੀਜ਼ਾਂ ਦੇ ਨਾਲ ਆਪਾਂ ਬੱਚੇ ਨੂੰ ਵਧੀਆ ਸਿੱਖਿਆ ਪਾਵਾਂਗੇ। ਤਾਂ ਡਰ ਵਾਲਾ ਵਾਤਾਵਰਨ ਜਿਹੜਾ ਇਹ ਬਣਾਉਣ ਦੀ ਬਜਾਏ ਆਪਾਂ ਨੂੰ ਸਮਾਵੇਸ਼ੀ ਅਤੇ ਸਹਿਯੋਗ ਵੱਲ ਧਿਆਨ ਦੇਣਾ ਪਵੇਗਾ। ਦੇਖਣ ਅਤੇ ਸੁਣਨ ਨਾਲ ਸੰਬੰਧਿਤ ਸਹਾਇਕ ਸਾਧਨ ਹੈ। ਤਾਂ ਇੱਥੇ ਗੱਲ ਸਮਝੋ, ਦੇਖਣ ਅਤੇ ਸੁਣਨ ਮਤਲਬ ਕਿ ਦੋਨੇ ਚੀਜ਼ਾਂ ਉਸ ਦੇ ਵਿੱਚ ਸ਼ਾਮਲ ਹੋਣ। ਰੇਡੀਓ ਨੂੰ ਅਸੀਂ ਸੁਣ ਸਕਦੇ ਹਾਂ, ਦੇਖ ਨਹੀਂ ਨਾ ਸਕਦੇ ਰੇਡੀਓ 'ਚ ਕੁਛ। ਬਲੈਕ ਬੋਰਡ ਨੂੰ ਦੇਖਿਆ ਜਾ ਸਕਦਾ ਹੈ, ਬਲੈਕ ਬੋਰਡ ਬੋਲ ਥੋੜ੍ਹੀ ਰਿਹਾ। ਬਲੈਕ ਬੋਰਡ ਦੇ ਉੱਤੇ ਕੁਝ ਚੀਜ਼ ਲਿਖੀ ਆਪਾਂ ਉਹਨੂੰ ਦੇਖ ਸਕਦੇ ਹਾਂ। ਇਸ ਤੋਂ ਬਿਨਾਂ ਚਾਰਟ ਨੂੰ ਦੇਖਿਆ ਜਾ ਸਕਦਾ, ਚਾਰਟ ਬੋਲੇਗਾ ਨਹੀਂ। ਇਸ ਤੋਂ ਬਿਨਾਂ ਵੀਡੀਓ ਰਹਿ ਗਈ। ਠੀਕ ਹੈ ਜੀ। ਤਾਂ ਇਹ ਇੱਕ ਟੀਚਿੰਗ ਏਡ ਦੇ ਵਿੱਚ ਸ਼ਾਮਿਲ ਹੈ। ਏਡਜ਼ ਹੀ ਨਿਕਲ ਗਿਆ ਹੈ ਮੂੰਹੋਂ। ਤਾਂ ਟੀਚਿੰਗ ਏਡ ਹੈ ਜੀ ਇਹ ਇੱਕ। ਆਪਾਂ ਮਤਲਬ ਕੋਈ ਕੀ ਕਰੇਗਾ, ਜਿਹੜਾ ਟੀਚਰ ਹੈ ਉਹ ਕਿਸੇ ਚੀਜ਼ ਦੀ ਵੀਡੀਓ ਦਿਖਾ ਸਕਦਾ, ਹੋ ਸਕਦਾ ਉਹ ਕਿਸੇ ਯੁੱਧ ਬਾਰੇ ਦੱਸ ਰਿਹਾ ਹੋਵੇ, ਉਸ ਤੋਂ ਬਿਨਾਂ ਕਿਸੇ ਦੀ ਜੀਵਨੀ ਸੁਣਾ ਰਿਹਾ ਹੋਵੇ, ਪੜ੍ਹਾ ਰਿਹਾ ਹੋਵੇ, ਤਾਂ ਉਹ ਉਸ ਦੀ ਵੀਡੀਓ ਦਿਖਾ ਸਕਦਾ ਹੈ। ਠੀਕ ਹੈ। ਬਾਇਓਗ੍ਰਾਫੀ ਨਾਲ ਰਿਲੇਟਡ ਉਸ ਦੀ ਵੀਡੀਓ ਦਿਖਾਈ ਜਾ ਸਕਦੀ ਹੈ, ਜਿਸ ਦੇ ਵਿੱਚ ਬੱਚਾ ਦੇਖੇਗਾ ਵੀ ਅਤੇ ਸੁਣੇਗਾ ਵੀ। ਇਸ ਤੋਂ ਬਿਨਾਂ ਬਾਕੀ ਆਪਸ਼ਨਾਂ ਜਿਹੜੀਆਂ ਉਹ ਨਹੀਂ ਹੈਗੀਆਂ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 17, ਚੰਗੀ ਪਾਠ ਯੋਜਨਾ ਦਾ ਔਗੁਣ ਕੀ ਹੈ? ਔਗੁਣ ਦੱਸਣਾ ਆਪਾਂ ਨੇ। ਲਚਕਦਾਰ। ਚੰਗੀ ਪਾਠ ਯੋਜਨਾ ਦਾ ਮੀਨਿੰਗ ਕੀ ਹੈ ਕਿ ਲੈਸਨ ਪਲਾਨ। ਠੀਕ ਹੈ ਜੀ। ਤਾਂ ਲੈਸਨ ਪਲਾਨਿੰਗ ਹੈ ਜਿਹੜੀ ਉਹ ਵਧੀਆ ਹੈ। ਠੀਕ ਹੈ। ਤਾਂ ਉਸ ਦੇ ਵਿੱਚ ਔਗੁਣ ਕੀ ਹੈ? ਇਹਨਾਂ ਦੇ ਵਿੱਚੋਂ ਲਚਕਦਾਰ ਹੋ ਸਕਦੀ ਹੈ, ਇਹ ਤਾਂ ਗੁਣ ਹੈ। ਮਤਲਬ ਕਿ ਹੋ ਸਕਦਾ ਇਸ ਸਮੇਂ ਦੇ ਅਨੁਸਾਰ ਕੋਈ ਚੀਜ਼ ਇੱਧਰ ਉੱਧਰ ਕਰਨੀ ਪੈ ਜੇ, ਲਚਕਦਾਰ ਹੋਣੀ ਚਾਹੀਦੀ ਹੈ, ਲਿਖਤ ਹੋਏਗੀ, ਕੋਈ ਦਿੱਕਤ ਨਹੀਂ।
ਸਪਸ਼ਟਤਾ ਇਹ ਤਾਂ ਮੇਨ ਗੁਣ ਹੈ, ਸਪਸ਼ਟਤਾ ਹੋਣੀ ਜ਼ਰੂਰੀ ਹੈ। ਔਗੁਣ ਹੈ ਜਿਹੜਾ ਉਹ ਸਪਸ਼ਟਤਾ ਹੋਏਗੀ। ਜੇਕਰ ਕਿਸੇ ਟੀਚਰ ਨੇ ਪਾਠ ਯੋਜਨਾ ਬਣਾ ਵੀ ਲਈ, ਲੈਸਨ ਪਲੈਨਿੰਗ ਬਣਾ ਵੀ ਲਈ ਅਤੇ ਉਸ ਦੇ ਵਿੱਚ ਅਸਪਸ਼ਟਤਾ ਹੈ, ਉਹਨੂੰ ਆਪ ਹੀ ਸਪਸ਼ਟ ਨਹੀਂ ਹੈਗਾ ਵੀ ਮੈਂ ਇਹਨੂੰ ਐਵੇਂ ਪੜ੍ਹਾਊਂਗਾ, ਤਾਂ ਉਹ ਚੀਜ਼ ਕਿਤੇ ਨਾ ਕਿਤੇ ਦਿੱਕਤ ਦਊਗੀ। ਤਾਂ ਇਹ ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਪੜ੍ਹਨ ਕੌਸ਼ਲ ਦੇ ਵਿੱਚ ਸਪਸ਼ਟਤਾ ਤੋਂ ਕੀ ਭਾਵ ਹੈ? ਮਤਲਬ ਕਿ ਜੇਕਰ ਆਪਾਂ ਕਹੀਏ ਪੜ੍ਹਨ ਕੌਸ਼ਲ ਹੈ ਜਿਹੜੀ ਉਸ ਦੇ ਵਿੱਚ ਸਪਸ਼ਟਤਾ ਹੋਣੀ ਚਾਹੀਦੀ, ਆਪਾਂ ਕਹਿ ਦਿੰਦੇ ਹਾਂ। ਤਾਂ ਸਪਸ਼ਟਤਾ ਦਾ ਮੀਨਿੰਗ ਕੀ ਹੈ? ਹਰ ਸ਼ਬਦ ਜਿਹੜਾ ਉਹ ਇਕੱਲਾ ਇਕੱਲਾ ਅਤੇ ਸ਼ੁੱਧ ਬੋਲਿਆ ਜਾਵੇ, ਹਰ ਸ਼ਬਦ ਇਕੱਲਾ ਇਕੱਲਾ ਅਤੇ ਸੁੰਦਰ ਲਿਖਿਆ ਜਾਵੇ, ਹਰ ਸ਼ਬਦ ਇਕੱਲਾ ਇਕੱਲਾ ਅਤੇ ਚੰਗੀ ਤਰ੍ਹਾਂ ਸੁਣਿਆ ਜਾਵੇ, ਹਰ ਸ਼ਬਦ ਸਾਰੇ ਸ਼ਬਦ ਇਕੱਠੇ ਹੀ ਸਮਝੇ ਜਾਣ। ਇਹ ਚੀਜ਼ ਤਾਂ ਆਪਣਾ ਕੋਈ ਗੱਲ ਬਣੀ ਨਹੀਂ, ਠੀਕ ਹੈ। ਸਾਰੇ ਸ਼ਬਦ ਇਕੱਠੇ ਹੀ ਸਮਝੇ ਜਾਣ, ਇਹ ਚੌਥੀ ਆਪਸ਼ਨ ਹੈ। ਤਾਂ ਇਹਨਾਂ ਦੇ ਵਿੱਚੋਂ ਜਿਹੜੇ ਰਾਈਟ ਆਨਸਰ ਆਪਾਂ ਦੇਖੋ ਗੱਲ ਕਰ ਰਹੇ ਹਾਂ ਜੀ ਪੜ੍ਹਨ ਕੌਸ਼ਲ ਦੀ। ਪੜ੍ਹਨ ਕੌਸ਼ਲ ਦੇ ਵਿੱਚ ਵਿਦਿਆਰਥੀ ਕੀ ਕਰ ਰਿਹਾ? ਪਹਿਲਾਂ ਤਾਂ ਉਹ ਦੇਖ ਕੇ ਉਹ ਹੋ ਸਕਦਾ ਵੀ ਉਹ ਕੁਛ ਸੁਣ ਵੀ ਰਿਹਾ ਹੋਵੇ, ਠੀਕ ਹੈ। ਜੇਕਰ ਆਪਾਂ ਪੜ੍ਹਨ ਕੌਸ਼ਲ ਅੱਗੇ ਡਿਸਕਸ ਕਰਾਂਗੇ ਤਾਂ, ਬਟ ਇੱਥੇ ਤਾਂ ਇਹਨਾਂ ਨੇ ਪੜ੍ਹਨ ਦਾ ਸਿੰਪਲ ਮਤਲਬ ਰੀਡਿੰਗ ਤੋਂ ਹੀ ਲਿਆ, ਠੀਕ ਹੈ। ਤਾਂ ਪੜ੍ਹ ਰਿਹਾ ਤਾਂ ਉਹ ਕੀ ਕਰੂਗਾ? ਜਦੋਂ ਪੜ੍ਹ ਰਿਹਾ ਵੀ ਪਹਿਲਾਂ ਸਮਝੂਗਾ ਚੀਜ਼ ਨੂੰ, ਹੈ ਨਾ, ਸਮਝ ਕੇ ਉਸ ਦਾ ਕੀ ਕਰੂਗਾ? ਉਚਾਰਨ ਕਰੂਗਾ, ਮਤਲਬ ਕਿ ਬੋਲੇਗਾ। ਤਾਂ ਬੋਲਿਆ ਜਾਵੇ ਮਤਲਬ ਉਹ ਕੀ ਚੀਜ਼ ਦਾ ਧਿਆਨ ਦੇਵੇ ਕਿ ਹਰੇਕ ਸ਼ਬਦ ਨੂੰ ਉਹ ਇਕੱਲਾ ਇਕੱਲਾ ਬੋਲੇ, ਠੀਕ ਹੈ, ਮਤਲਬ ਸ਼ੁੱਧ ਬੋਲੇ, ਠੀਕ ਹੈ। ਤਾਂ ਬੋਲਣ ਨਾਲ ਸੰਬੰਧਿਤ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਪੜ੍ਹਨ ਕੌਸ਼ਲ ਦੇ ਵਿੱਚ ਉਚਾਰਨ ਆ ਜਾਂਦਾ ਹੈ, ਉਚਾਰਨ ਇਸ ਦਾ ਹਿੱਸਾ ਹੋ ਸਕਦਾ ਹੈ, ਤਾਂ ਇਹ ਬੋਲਣ ਨਾਲ ਸੰਬੰਧਿਤ ਹੋ ਸਕਦੀ ਹੈ। ਤਾਂ ਇਕੱਲਾ ਸ਼ਬਦ ਜਿਹੜਾ ਉਸਨੂੰ ਸ਼ੁੱਧ ਬੋਲਿਆ ਜਾਵੇ, ਤਾਂ ਇਹ ਪੜ੍ਹਨ ਕੌਸ਼ਲ ਵਿੱਚ ਸਪਸ਼ਟਤਾ ਦਾ ਇਹ ਮੀਨਿੰਗ ਹੈ। ਇਸ ਤੋਂ ਬਿਨਾਂ ਬਾਕੀ ਆਪਸ਼ਨ ਆਪਾਂ ਡਿਸਕਸ ਕਰਦੇ ਹਾਂ। ਸੁੰਦਰ ਲਿਖਿਆ ਜਾਵੇ ਨਾ, ਲਿਖਣ ਵਾਲੀ ਕੌਸ਼ਲ ਤਾਂ ਡਿਵੈਲਪ ਹੀ ਬਾਅਦ ਦੇ ਵਿੱਚ ਹੋਊਗੀ ਪੜ੍ਹਨ ਤੋਂ, ਠੀਕ ਹੈ। ਤਾਂ ਲਿਖਣ ਨਾਲ ਕੋਈ ਸੰਬੰਧ ਨਹੀਂ ਪੜ੍ਹਨ ਦਾ। ਇਸ ਤੋਂ ਬਿਨਾਂ ਜੇਕਰ ਗੱਲ ਕਰੀਏ ਚੰਗੀ ਤਰ੍ਹਾਂ ਸੁਣਿਆ ਜਾਵੇ, ਠੀਕ ਹੈ ਜੀ। ਤਾਂ ਸੁਣਨ ਦਾ ਸੰਬੰਧ ਆਪਾਂ ਬੋਲਣ ਨਾਲ ਕਹਿ ਸਕਦੇ ਸੀ, ਠੀਕ ਹੈ ਵੀ ਜੇ ਚੰਗੀ ਤਰ੍ਹਾਂ ਸੁਣੂਗਾ ਤਾਂ ਫਿਰ ਉਹ ਬੋਲੇਗਾ ਚੰਗੀ ਤਰ੍ਹਾਂ, ਪਰ ਇੱਥੇ ਸੁਣਨ ਦੀ ਗੱਲ ਇਹਦੇ ਨਾਲ ਨਹੀਂ ਅਟੈਚ ਹੁੰਦੀ। ਇਸ ਤੋਂ ਬਿਨਾਂ ਸਮਝਣ ਦੀ ਗੱਲ ਵੀ ਇਹਦੇ ਨਾਲ ਅਟੈਚ ਨਹੀਂ ਹੁੰਦੀ। ਆਪਸ਼ਨ ਏ ਸਭ ਤੋਂ ਬੈਸਟ ਆਪਸ਼ਨ ਹੈ ਜੀ। ਨੈਕਸਟ ਹੈ ਜੀ ਪ੍ਰਸ਼ਨ ਨੰਬਰ 19, ਤੇਜ਼ ਵਾਚਨ ਲਈ ਸਭ ਤੋਂ ਉੱਤਮ ਕੀ ਹੈ? ਉੱਚੀ ਪਾਠ, ਸ਼ੁੱਧ ਆਵਾਜ਼, ਮੌਨ ਵਾਚਨ ਜਾਂ ਫਿਰ ਲਗਾ ਮਾਤਰਾਵਾਂ ਛੱਡ ਕੇ ਪੜ੍ਹਨਾ। ਇਹਦੇ ਵਿੱਚ ਪਹਿਲਾਂ ਤਾਂ ਜਿਹੜੇ ਨੈਗੇਟਿਵ ਪੁਆਇੰਟ ਹੋਣ ਉਹਨਾਂ ਨੂੰ ਹਟਾਉਂਦੇ ਵਗੇ ਜਾਇਆ ਕਰੋ। ਲਗਾ ਮਾਤਰਾਵਾਂ ਛੱਡ ਕੇ ਪੜ੍ਹਨਾ ਕੋਈ ਚੰਗਾ ਪੜ੍ਹਨਾ ਨਹੀਂ ਹੈਗਾ, ਠੀਕ ਹੈ, ਇਹ ਚੰਗਾ ਵਾਚਨ ਨਹੀਂ ਹੈਗਾ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ, ਇੱਥੇ ਗੱਲ ਕਰ ਰਹੇ ਨੇ ਇਹ ਤੇਜ਼, ਠੀਕ ਹੈ ਜੀ। ਉੱਚੀ ਪਾਠ ਪੜ੍ਹੂਗਾ ਤਾਂ ਤੇਜ਼ ਨਹੀਂ ਪੜ੍ਹਿਆ ਜਾ ਸਕਦਾ, ਠੀਕ ਹੈ। ਉਹ ਆਵਾਜ਼ ਨੂੰ ਉੱਚੀ ਕਰਨ 'ਤੇ ਹੀ ਐਨਰਜੀ ਲਾ ਦੂਗਾ ਆਪਣੀ, ਠੀਕ ਹੈ, ਤਾਂ ਉਹ ਇੰਨਾ ਮਤਲਬ ਤੇਜ਼ ਨਹੀਂ ਪੜ੍ਹ ਸਕਦਾ। ਸ਼ੁੱਧ ਆਵਾਜ਼, ਠੀਕ ਹੈ, ਸ਼ੁੱਧ ਆਵਾਜ਼ ਇੱਕ ਮਤਲਬ ਕਹਿ ਸਕਦੇ ਹਾਂ ਠੀਕ ਚੀਜ਼ ਸੀ, ਪਰ ਇੱਥੇ ਤੇਜ਼ ਵਾਚਨ ਦੇ ਲਈ ਸਭ ਤੋਂ ਬੈਸਟ ਆਪਸ਼ਨ ਜਿਹੜਾ ਉਹ ਮੌਨ ਵਾਚਨ ਹੋਏਗਾ, ਠੀਕ ਹੈ। ਜਦੋਂ ਉਹ ਮੌਨ ਪੜ੍ਹ ਰਿਹਾ, ਮੌਨ ਦਾ ਮਤਲਬ ਕੀ ਹੈ ਵੀ ਉਹ ਚੁੱਪ ਚਪੀਤੇ ਪੜ੍ਹ ਰਿਹਾ ਹੈ, ਮਤਲਬ ਉਹ ਸਿਰਫ ਅੱਖਰਾਂ ਨੂੰ ਦੇਖ ਰਿਹਾ ਹੈ, ਉਹਨਾਂ ਨੂੰ ਸਮਝ ਰਿਹਾ ਹੈ ਅਤੇ ਉਸ ਨੂੰ ਮਤਲਬ ਮਨ ਦੇ ਵਿੱਚ ਹੀ ਪੜ੍ਹ ਰਿਹਾ ਹੈ, ਠੀਕ ਹੈ। ਉਹ ਉਚਾਰਨ ਕਰਕੇ ਬਾਹਰ ਧੁਨੀ ਨਹੀਂ ਨਿਕਲਣ ਦੇ ਰਿਹਾ, ਸਿਰਫ ਉਹ ਅੰਦਰ ਅੰਦਰ ਮਨ ਦੇ ਵਿੱਚ ਹੀ ਰੀਡਿੰਗ ਕਰ ਰਿਹਾ ਹੈ, ਤਾਂ ਉਹ ਤੇਜ਼ ਪੜ੍ਹ ਸਕੇਗਾ। ਤੇਜ਼ ਵਾਚਨ ਦੇ ਲਈ ਇਹ ਚੀਜ਼ ਸਭ ਤੋਂ ਬੈਸਟ ਹੋਏਗੀ। ਇਸ ਤੋਂ ਬਾਅਦ ਹੈ ਜੀ ਉੱਚੀ ਪੜ੍ਹਨ ਦੇ ਕੀ ਲਾਭ ਹਨ, ਜਾਂ ਉੱਚੀ ਪੜ੍ਹਨ ਦੇ ਲਾਭ ਇਹਨਾਂ ਨੇ ਕੁੱਲ ਮਿਲਾ ਕੇ ਪੁੱਛੇ ਨੇ। ਇਹ ਆਪਾਂ ਨੇ ਦੱਸਣਾ ਵੀ ਲਾਭ ਇਸ ਦੇ ਕੀ ਹੋ ਸਕਦੇ ਨੇ। ਤਾਂ ਦੇਖੋ ਜੀ, ਉੱਚੀ ਪੜ੍ਹਨ ਦੇ ਲਾਭ ਸ਼ੁੱਧ ਵਾਚਨ, ਥਕਾਵਟ, ਸਮਾਂ ਜ਼ਿਆਦਾ ਲੱਗਦਾ ਹੈ ਜਾਂ ਫਿਰ ਸ਼ੋਰ ਹੋਣਾ। ਲਾਭ ਪੁੱਛੇ ਨੇ ਪਹਿਲਾਂ ਨੇ, ਇੱਦਾਂ ਦਾ ਇੱਕ ਤਾਂ ਆਪਾਂ ਇਹ ਦੇਖਦੇ ਹਾਂ। ਉੱਚੀ ਪੜ੍ਹਨ ਨਾਲ ਥਕਾਵਟ ਹੁੰਦੀ ਹੈ, ਇਹ ਗੱਲ ਸਹੀ ਹੈ, ਠੀਕ ਹੈ, ਪਰ ਇਹ ਲਾਭ ਤਾਂ ਨਹੀਂ ਹੈਗਾ। ਜ਼ਿਆਦਾ ਸਮਾਂ ਲੱਗਦਾ, ਇਹ ਗੱਲ ਸਹੀ ਹੈ, ਪਰ ਲਾਭ ਨਹੀਂ ਹੈਗਾ। ਸ਼ੋਰ ਹੋਣਾ, ਇਹ ਲਾਭ ਕੀ ਹੈ? ਤਾਂ ਸ਼ੁੱਧ ਉਚਾਰਨ, ਆਪਸ਼ਨ ਏ ਸਾਡਾ ਰਾਈਟ ਆਨਸਰ ਹੋਏਗਾ। ਵੀ ਜਦੋਂ ਕੋਈ ਉੱਚੀ ਪੜ੍ਹ ਕੇ ਪ੍ਰੈਕਟਿਸ ਕਰਦਾ ਤਾਂ ਉਸ ਦਾ ਉਚਾਰਨ ਸੁਧਰਦਾ, ਉਸ ਦੇ ਵਿੱਚ ਸੁਧਾਰ ਆਉਂਦਾ ਹੈ। ਇਸ ਤੋਂ ਬਿਨਾਂ ਹੈ ਜੀ ਪ੍ਰਸ਼ਨ ਨੰਬਰ 21, ਪੰਜਾਬੀ ਅਧਿਆਪਨ ਵਿੱਚ ਮੁੱਖ ਚੁਣੌਤੀਆਂ ਕਿਹੜੀਆਂ ਨੇ? ਮਤਲਬ ਕਿ ਇੱਕ ਅਧਿਆਪਕ ਕਲਾਸਰੂਮ ਦੇ ਵਿੱਚ ਪੜ੍ਹਾ ਰਿਹਾ ਹੁੰਦਾ ਹੈ, ਤਾਂ ਉਸ ਨੂੰ ਅਧਿਆਪਨ ਕਰਨ ਸਮੇਂ, ਪੰਜਾਬੀ ਦਾ ਅਧਿਆਪਨ ਕਰਨ ਸਮੇਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਚੀਜ਼ ਆਪਾਂ ਨੇ ਦੱਸਣੀ ਹੈ। ਤਾਂ ਅਨੁਕੂਲ ਵਾਤਾਵਰਨ ਦੀ ਕਮੀ, ਹੋ ਸਕਦਾ ਵੀ ਵਾਤਾਵਰਨ ਦੀ ਕਮੀ ਹੋਵੇ। ਢੁਕਵੀਆਂ ਉਦਾਹਰਨਾਂ ਦਾ ਨਾ ਹੋਣਾ, ਨਹੀਂ ਅਧਿਆਪਕ ਬਣ ਗਿਆ ਤਾਂ ਉਹ ਉਦਾਹਰਨਾਂ ਤਾਂ ਆਪਣੇ ਆਪ ਕੱਢ ਸਕਦਾ ਹੈ, ਉਹ ਤਾਂ ਅਧਿਆਪਕ ਦੇ ਸਾਰੇ ਦੀ ਗੱਲ ਹੈ, ਠੀਕ ਹੈ, ਉਦਾਹਰਨਾਂ ਕੱਢਣਾ ਦਾ। ਬਾਕੀ ਆਪਾਂ ਜਦੋਂ ਮਤਲਬ ਆਪਣਾ ਇੱਥੇ ਪੰਜਾਬੀ ਦਾ ਮੀਨਿੰਗ ਆਪਾਂ ਐਜ਼ ਏ ਮਾਂ ਬੋਲੀ ਲੈ ਕੇ ਚੱਲ ਰਹੇ ਹਾਂ, ਤਾਂ ਉਹਨੂੰ ਉਦਾਹਰਨਾਂ ਦੀ ਕਮੀ ਹੋਣੀ ਨਹੀਂ ਚਾਹੀਦੀ,
ਖਰਾਬ ਮੌਸਮ ਇਹ ਤਾਂ ਇੱਕ ਬਹਾਨਾ ਹੈ, ਠੀਕ ਹੈ। ਖਰਾਬ ਮੌਸਮ ਕੋਈ ਚੁਣੌਤੀ ਥੋੜ੍ਹੀ ਅਧਿਆਪਨ ਦੇ ਵਿੱਚ। ਪਾਠ ਸਮੱਗਰੀ ਜ਼ਿਆਦਾ ਹੋਣੀ, ਇਹ ਵੀ ਕੋਈ ਚੁਣੌਤੀ ਨਹੀਂ ਹੈਗੀ, ਜ਼ਿਆਦਾ ਹੋਏਗੀ ਤਾਂ ਬੈਸਟ ਹੈ। ਪਰ ਇੱਥੇ ਮੁੱਖ ਚੁਣੌਤੀ ਹੈ ਜਿਹੜੀ ਉਹ ਆਪਾਂ ਮੰਨਾਂਗੇ ਜੀ ਅਨੁਕੂਲ ਵਾਤਾਵਰਨ ਦੀ ਕਮੀ। ਮਤਲਬ ਕਿ ਵਾਤਾਵਰਨ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਹੈਗਾ, ਵਾਤਾਵਰਨ ਢੁਕਵਾਂ ਨਹੀਂ ਹੈਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 22, ਪੜ੍ਹਨ ਕੌਸ਼ਲ ਵਿੱਚ ਸਹਾਇਕ ਹੈ, ਸਿਰਫ ਸੁਣਨਾ ਸਹਾਇਕ ਹੈ ਜਾਂ ਫਿਰ ਸਿਰਫ ਸਮਝਣਾ ਸਹਾਇਕ ਹੈ ਜਾਂ ਫਿਰ ਸੁਣਨਾ ਅਤੇ ਸਮਝਣਾ ਦੋਨੋਂ ਸਹਾਇਕ ਨੇ ਜਾਂ ਫਿਰ ਲਿਖਣਾ ਸਹਾਇਕ ਹੈ। ਦੇਖੋ ਜੀ ਇਹਦੇ ਵਿੱਚੋਂ ਨੰਬਰ 1 ਆਪਾਂ ਆਪਸ਼ਨ ਡੀ ਉਡਾਉਂਦੇ ਹਾਂ, ਕਿਉਂਕਿ ਲਿਖਣ ਨਾਲ ਕੋਈ ਸੰਬੰਧ ਨਹੀਂ ਹੈਗਾ। ਹਾਂ, ਲਿਖਣ ਦੇ ਲਈ ਪੜ੍ਹਨ ਕੌਸ਼ਲ ਜਿਹੜੀ ਉਹ ਸਹਾਈ ਹੋ ਸਕਦੀ ਹੈ, ਠੀਕ ਹੈ। ਜਦੋਂ ਲੱਗ ਜੇ ਸਿਰਫ ਸ਼ਬਦ ਲੱਗ ਜੇ ਉਹ ਆਪਸ਼ਨ ਥੋੜ੍ਹਾ ਜਿਹਾ ਮਤਲਬ ਉਹਦਾ ਪ੍ਰਭਾਵ ਨੈਗੇਟਿਵ ਹੀ ਜਾਂਦਾ ਹੈ, ਵੀ ਸਿਰਫ ਸੁਣਨ ਨਾਲ ਵੀ ਕੁਛ ਨਹੀਂ ਹੁੰਦਾ। ਜਿਵੇਂ ਆਪਾਂ ਕਈ ਵਾਰ ਅਲਟਰਾਸਾਊਨਿਕ ਧੁਨੀਆਂ ਸੁਣਦੇ ਹਾਂ, ਉਹਨਾਂ ਦਾ ਆਪਾਂ ਮਤਲਬ ਕੀ ਸਿੱਖਦੇ ਹਾਂ ਉਹਨਾਂ ਤੋਂ, ਠੀਕ, ਕੋਈ ਮਤਲਬ ਉਹਦੇ ਨਾਲ ਆਪਾਂ ਨੂੰ ਕੋਈ ਖਾਸ ਚੀਜ਼ ਨਹੀਂ ਮਿਲਦੀ। ਸਿਰਫ ਸੁਣਨ ਨਾਲ ਵੀ ਨਹੀਂ ਕੁਛ ਹੁੰਦਾ, ਨਾ ਹੀ ਸਿਰਫ ਸਮਝਣ ਨਾਲ, ਠੀਕ ਹੈ ਜੀ। ਤਾਂ ਸੁਣਨਾ ਅਤੇ ਸਮਝਣਾ ਦੋਨੋਂ ਆਪਸ਼ਨ ਦੇ ਵਿੱਚ ਪਏ ਨੇ, ਤਾਂ ਸੀ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ ਜੀ। ਸਭ ਤੋਂ ਬੈਸਟ ਆਪਸ਼ਨ ਇਹ ਹੋਏਗੀ ਕਿ ਸੁਣਨਾ ਅਤੇ ਸਮਝਣਾ। ਸੁਣਨਾ ਅਤੇ ਸਮਝਣਾ ਦਾ ਮੀਨਿੰਗ ਆਪਾਂ ਇੱਦਾਂ ਲੈ ਕੇ ਚੱਲੋ ਕਿ ਜੇਕਰ ਕਿਸੇ ਨੇ ਪੜ੍ਹਨ ਕੌਸ਼ਲ ਸੁਧਾਰਨੀ ਹੈ, ਠੀਕ ਹੈ, ਤਾਂ ਅਧਿਆਪਕ ਜਦੋਂ ਬੋਲ ਰਿਹਾ ਸੀ, ਅਧਿਆਪਕ ਜਦੋਂ ਪੜ੍ਹਾ ਰਿਹਾ ਸੀ, ਅਧਿਆਪਕ ਦੱਸ ਰਿਹਾ ਸੀ ਬੱਚੇ ਇਹਦਾ ਉਚਾਰਨ ਇੱਦਾਂ ਕਰੋ, ਤਾਂ ਉਸਨੇ ਜੇਕਰ ਧਿਆਨ ਨਾਲ ਸੁਣਿਆ ਅਤੇ ਅਧਿਆਪਕ ਨੇ ਜਿਹੜਾ ਦੱਸਿਆ ਸੀ ਵੀ ਲਗਾਂ ਸਿਹਾਰੀ ਦੀ ਆਵਾਜ਼ ਇਸ ਤਰ੍ਹਾਂ ਆਈ, ਉਚਾਰਨ ਕਰਨਾ ਹੈ, ਵਿਹਾਰੀ ਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ, ਠੀਕ ਹੈ। ਤਾਂ ਜਦੋਂ ਉਹ ਸੁਣ ਰਿਹਾ ਸੀ ਅਤੇ ਸਮਝ ਰਿਹਾ ਸੀ, ਉਸ ਤੋਂ ਬਾਅਦ ਜਦੋਂ ਉਹ ਪੜ੍ਹੇਗਾ ਫਿਰ ਹੀ ਉਸਦੀ ਪੜ੍ਹਨ ਕੌਸ਼ਲ ਹੈ ਜਿਹੜੀ ਉਹ ਵਿਕਸਿਤ ਹੋ ਸਕੇਗੀ, ਤਾਂ ਪੜ੍ਹਨ ਕੌਸ਼ਲ ਦੇ ਵਿੱਚ ਇਹ ਚੀਜ਼ ਸਹਾਇਕ ਹੋ ਸਕੇਗੀ। ਇਸ ਤੋਂ ਬਾਅਦ ਇੰਗਲਿਸ਼ ਪੈਡਾਗੋਜੀ ਦੇ ਕੁਝ ਪ੍ਰਸ਼ਨ ਨੇ ਜੀ ਆਪਣੇ ਕੋਲ। ਅ ਚਾਈਲਡ ਇਜ਼ ਰੀਡਿੰਗ ਫਾਸਟ, ਇੱਕ ਬੱਚਾ ਜਿਹੜਾ ਉਹ ਫਾਸਟ ਪੜ੍ਹ ਰਿਹਾ ਹੈ। ਲੁਕਿੰਗ ਫਾਰ ਸਪੈਸੀਫਿਕ ਇਨਫੋਰਮੇਸ਼ਨ ਇਨ ਅ ਮਸ਼ੀਨਰੀ ਮੈਨੂਅਲ, ਕੋਈ ਮਤਲਬ ਮੈਨੂਅਲ ਦੇ ਵਿੱਚ ਜਿਵੇਂ ਆਪਣੇ ਕੋਲ ਕਈ ਵਾਰ ਉਹ ਨਹੀਂ ਹੁੰਦਾ ਵਿੱਚ ਨਿੱਕੀ ਜੀ ਕਾਪੀ ਟਾਈਪ ਜਾਂ ਕੁਛ ਇੰਸਟਰਕਸ਼ਨਸ ਵਗੈਰਾ ਜਿਹੀਆਂ ਦਿੱਤੀਆਂ ਹੁੰਦੀਆਂ ਨੇ, ਤਾਂ ਇਸ ਤਰੀਕੇ ਨਾਲ ਉਹ ਮੈਨੂਅਲ ਦੇ ਵਿੱਚ ਕੁਛ ਰੀਡ ਕਰ ਰਿਹਾ ਹੈ, ਠੀਕ ਹੈ ਜੀ। ਰੀਡਿੰਗ ਫਾਸਟ ਰੀਡ ਕਰ ਰਿਹਾ ਹੈ। ਵਾਟ ਇਜ਼ ਰੀਡਿੰਗ, ਵਾਟ ਇਜ਼ ਦਿਸ ਰੀਡਿੰਗ ਸਬ ਸਕਿੱਲ, ਤਾਂ ਰੀਡਿੰਗ ਦੀ ਇਹਨਾਂ ਨੇ ਸਬ ਸਕਿੱਲ ਪੁੱਛ ਲਈ ਕਿ ਇਸ ਤਰ੍ਹਾਂ ਦੀ ਸਬ ਸਕਿੱਲ ਨੂੰ ਅਸੀਂ ਕੀ ਆਖਦੇ ਹਾਂ, ਠੀਕ ਹੈ ਜੀ। ਤਾਂ ਇਸ ਨੂੰ ਅਸੀਂ ਸਕੈਨਿੰਗ ਆਖਾਂਗੇ, ਠੀਕ ਹੈ ਜੀ। ਤਾਂ ਉਹ ਕੀ ਕਰ ਰਿਹਾ ਹੈ, ਮਤਲਬ ਇੱਕਦਮ ਕੋਈ ਚੀਜ਼ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਨਾ ਤਾਂ ਇਹ ਵੀ ਉਹ ਸਿਰਫ ਪੰਛੀ ਝਾਤ ਹੀ ਮਾਰ ਰਿਹਾ ਹੈ, ਮਤਲਬ ਸਕਿਮਿੰਗ ਵੀ ਨਹੀਂ ਕਰ ਰਿਹਾ ਉਹ, ਕਿਉਂਕਿ ਸਕਿਮਿੰਗ ਦੇ ਵਿੱਚ ਤਾਂ ਸਿਰਫ ਉੱਪਰ ਦੀਆਂ ਨਾਜ਼ਰ ਘੁਮਾਉਣਾ ਹੁੰਦਾ ਹੈ, ਠੀਕ ਹੈ। ਤਾਂ ਉਹ ਚੀਜ਼ ਹੋ ਗਈ ਸਕਿਮਿੰਗ। ਤਾਂ ਕ੍ਰਿਟੀਕਲੀ ਵੀ ਨਹੀਂ ਉਹ ਪੜ੍ਹ ਰਿਹਾ। ਅਤੇ ਬੋਟਮ ਅਪ ਅਪਰੋਚ ਦਾ ਮੀਨਿੰਗ ਹੁੰਦਾ ਵੀ ਉਹ ਪਹਿਲਾਂ ਛੋਟੀ ਚੀਜ਼ ਨੂੰ ਪੜ੍ਹੂਗਾ, ਫਿਰ ਉਸ ਤੋਂ ਵੱਡੀ ਚੀਜ਼ ਨੂੰ, ਫਿਰ ਵੱਡੀ ਨੂੰ, ਫਿਰ ਵੱਡੀ ਚੀਜ਼ ਨੂੰ ਸਮਝਦਾ ਹੋਇਆ। ਮਤਲਬ ਜਿਵੇਂ ਆਪਾਂ ਬੋਟਮ ਅਪ ਦੇ ਵਿੱਚ ਕੀ ਹੋਊਗਾ ਕਿ ਪਹਿਲਾਂ ਉਹ ਧੁਨੀ ਨੂੰ ਸਮਝੂਗਾ, ਫਿਰ ਸ਼ਬਦ ਨੂੰ ਸਮਝੂਗਾ, ਸ਼ਬਦ ਤੋਂ ਬਾਅਦ ਹੋ ਸਕਦਾ ਵਾਕ ਨੂੰ ਸਮਝੇ, ਵਾਕ ਤੋਂ ਬਾਅਦ ਹੋ ਸਕਦਾ ਪੈਰੇ ਨੂੰ ਸਮਝੇ। ਇਸ ਤਰ੍ਹਾਂ ਉਹ ਕੀ ਕਰੂਗਾ, ਬਾਟਮ ਤੋਂ ਅਪ ਵੱਲ ਜਾਂਦਾ। ਬਾਟਮ ਅਪ ਦੇ ਵਿੱਚ ਸਕੈਨਿੰਗ ਦੇ ਵਿੱਚ ਇਹੀ ਕੰਡੀਸ਼ਨ ਹੁੰਦੀ ਹੈ ਕਿ ਉਹ ਪੂਰੇ ਚੀਜ਼ ਨੂੰ, ਮੈਨੂਅਲ ਨੂੰ, ਜੋ ਚੀਜ਼ ਵੀ ਉਹ ਰੀਡ ਕਰ ਰਿਹਾ ਉਹਨੂੰ ਮਤਲਬ ਪੜ੍ਹ ਤਾਂ ਰਿਹਾ ਹੈ, ਪਰ ਇੱਕ ਤਰ੍ਹਾਂ ਉਸ ਨੂੰ ਫਾਸਟਲੀ ਟਪਾ ਰਿਹਾ ਹੈ, ਕਿਉਂਕਿ ਉਸਨੇ ਇੱਕ ਚੀਜ਼ ਹੀ ਉਸ ਦੇ ਵਿੱਚ ਫਾਈਂਡ ਆਊਟ ਕਰਨੀ ਹੈ। ਉਸਨੇ ਕੀ ਕਰਨੀ, ਸਪੈਸੀਫਿਕ ਇਨਫੋਰਮੇਸ਼ਨ ਹੈ ਜਿਹੜੀ ਉਹ ਫਾਈਂਡ ਆਊਟ ਕਰਨੀ ਹੈ। ਇਸ ਤੋਂ ਬਾਅਦ ਹੈ ਜੀ ਹੈਬਿਟ ਫਾਰਮੇਸ਼ਨ ਥਰੂ ਰਿਪੀਟੇਸ਼ਨ, ਮਤਲਬ ਕਿ ਹੈਬਿਟ ਫਾਰਮੇਸ਼ਨ ਦੀ ਗੱਲ ਕੀਤੀ ਗਈ ਹੈ। ਇੱਕ ਕਲਰ ਪਤਾ ਨਹੀਂ ਵਾਈਟ ਕਿਉਂ ਹੋ ਜਾਂਦਾ। ਹੈਬਿਟ ਫਾਰਮੇਸ਼ਨ ਥਰੂ ਰਿਪੀਟੇਸ਼ਨ ਮਤਲਬ ਰਿਪੀਟ ਕਰ ਕਰਕੇ ਕੋਈ ਚੀਜ਼ ਦੀ ਆਦਤ ਬਣਾਈ ਜਾ ਰਹੀ ਹੈ। ਇਜ਼ ਏ ਕੰਪੋਨੈਂਟ ਆਫ ਵਿਚ ਮੈਥਡ, ਇਹਨਾਂ 'ਚੋਂ ਕਿਹੜੇ ਮੈਥਡ ਦਾ ਇਹ ਕੰਪੋਨੈਂਟ ਹੋ ਸਕਦਾ ਹੈ? ਤਾਂ ਆਡੀਓ ਲਿੰਗੁਅਲਿਜ਼ਮ, ਟਾਸਕ ਬੇਸਡ ਲੈਂਗੁਏਜ ਟੀਚਿੰਗ, ਕੰਸਟਰਕਟਿਵਿਜ਼ਮ ਜਾਂ ਫਿਰ ਕਮਿਊਨੀਕੇਟਿੰਗ ਅਪਰੋਚ। ਇਹਦੇ ਵਿੱਚੋਂ ਆਪਸ਼ਨ ਏ ਹੀ ਸਾਡਾ ਰਾਈਟ ਆਨਸਰ ਹੋਇਆ ਜੀ। ਉਹ ਆਡੀਓ ਲਿੰਗੁਅਲਿਜ਼ਮ ਮੈਥਡ ਦੇ ਥਰੂ ਇਹ ਚੀਜ਼ ਕੀਤੀ ਜਾਂਦੀ ਹੈ, ਉਹ ਵਾਰ-ਵਾਰ ਚੀਜ਼ਾਂ ਨੂੰ ਰਿਪੀਟ ਕਰ ਰਿਹਾ ਹੈ। ਪੈਡਾਗੋਜੀਕਲ ਗ੍ਰਾਮਰ, ਤਾਂ ਪੈਡਾਗੋਜੀਕਲ ਗ੍ਰਾਮਰ ਦਾ ਮੀਨਿੰਗ ਕੀ ਹੈ? ਟੀਚਿੰਗ ਗ੍ਰਾਮਰ ਇਨ ਕੰਟੈਕਸਟ, ਬਿਗਿਨ ਫਰੋਮ ਫਾਰਮ ਐਂਡ ਮੂਵ ਔਨ ਟੂ ਯੂਜ਼, ਟੀਚਿੰਗ ਥਰੂ ਇਮਰਜ਼ਨ, ਆਲ ਗ੍ਰਾਮਰ ਟੀਚਿੰਗ ਸ਼ੁੱਡ ਬੀ ਰੂਲ ਫੋਕਸਡ। ਤਾਂ ਇਸ ਦੇ ਵਿੱਚੋਂ ਰਾਈਟ ਆਪਸ਼ਨ ਆਪਣਾ ਸਭ ਤੋਂ ਬੈਸਟ ਆਪਸ਼ਨ ਜਿਹੜਾ ਆਪਣਾ ਹੋਏਗਾ ਜੀ ਟੀਚਿੰਗ ਗ੍ਰਾਮਰ ਇਨ ਕੰਟੈਕਸਟ। ਤਾਂ ਇੱਕ ਕੰਟੈਕਸਟ ਦੇ ਵਿੱਚ ਜਿਹੜੀ ਉਹ ਗ੍ਰਾਮਰ ਪੜ੍ਹਾਉਣੀ, ਉਸ ਨੂੰ ਆਪਾਂ ਕੀ ਆਖਦੇ ਹਾਂ ਜੀ? ਪੈਡਾਗੋਜੀਕਲ ਗ੍ਰਾਮਰ ਉਸਨੂੰ ਅਸੀਂ ਆਖਾਂਗੇ, ਠੀਕ ਹੈ ਜੀ। ਤਾਂ ਇਹ ਰਾਈਟ ਆਨਸਰ ਸਾਡਾ ਹੋ ਜਾਵੇਗਾ। ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਨੈਕਸਟ ਪ੍ਰਸ਼ਨ ਨੰਬਰ 26 ਹੈ ਜੀ।
ਵਿਚ ਵਨ ਆਫ ਫੋਲੋਇੰਗ ਇਜ਼ ਨਾਟ ਐਡਵੋਕੇਟਡ ਐਜ਼ ਐਨ ਐਲੀਮੈਂਟ ਫਾਰ ਅਸੈਸਮੈਂਟ ਇਨ ਪੋਇਮ। ਤਾਂ ਪੋਇਮ ਦੇ ਵਿੱਚ ਅਸੈਸਮੈਂਟ, ਠੀਕ ਹੈ ਜੀ, ਤਾਂ ਪੋਇਮ ਦੇ ਵਿੱਚ ਅਸੈਸਮੈਂਟ ਨਾਲ ਦੇਖੋ ਇਹਨਾਂ 'ਚੋਂ ਕਿਹੜਾ ਰਿਲੇਟ ਕਰੇਗਾ। ਥੀਮ ਆਫ ਪੋਇਮ, ਅਸੈਸਮੈਂਟ ਦੇ ਵਿੱਚ ਇਹ ਚੀਜ਼ ਹੈ ਆ ਸਕਦੀ ਹੈ, ਮਤਲਬ ਕਿ ਪੋਇਮ ਦੀ ਥੀਮ ਨੂੰ ਸਮਝਣਾ, ਠੀਕ ਹੈ। ਇਹ ਅਸੈਸਮੈਂਟ ਦਾ ਇੱਕ ਹਿੱਸਾ ਹੋ ਸਕਦਾ ਵੀ ਕਿਸੇ ਬੱਚੇ ਦਾ ਆਪਾਂ ਨੇ ਮੁਲਾਂਕਣ ਕਰਨਾ ਹੈ ਤਾਂ ਆਪਾਂ ਦੇਖਾਂਗੇ ਵੀ ਉਹ ਮਤਲਬ ਪੋਇਮ ਦੀ ਥੀਮ ਨੂੰ ਸਮਝ ਰਿਹਾ ਹੈ, ਉਸ ਨੂੰ ਫਾਈਂਡ ਆਊਟ ਕਰ ਰਿਹਾ ਹੈ। ਇਹ ਚੀਜ਼ ਆਪਾਂ ਦੇਖਾਂਗੇ। ਗ੍ਰਾਮਰ, ਵੋਕੈਬਲਰੀ, ਪੋਇਟਿਕ ਡਿਵਾਈਸ ਆਊਗਾ ਜੀ ਪੋਇਮ ਦੀ ਅਸੈਸਮੈਂਟ ਦੇ ਵਿੱਚ, ਠੀਕ ਹੈ। ਇਹ ਵੀ ਆਊਗਾ, ਆ ਸਕਦਾ। ਵੋਕੈਬਲਰੀ ਬਿਲਕੁਲ ਆਉਂਦੀ ਹੈ, ਠੀਕ ਹੈ, ਥੀਮ ਵੀ ਆਉਂਦੀ ਹੈ। ਗ੍ਰਾਮਰ ਨਹੀਂ ਆਪਾਂ ਕਹਿ ਸਕਦੇ ਵੀ ਇੰਨਾ ਮਾਇਨੇ ਰੱਖਦੀ, ਠੀਕ ਹੈ। ਇਹ ਆਪਾਂ ਜਦੋਂ ਉਸ ਨੂੰ ਵਿਆਕਰਨ ਦੇ ਕੋਈ ਰੂਲ ਸਮਝਾ ਰਹੇ ਹਾਂ, ਕੋਈ ਨਾਊਨ ਪ੍ਰੋਨਾਊਨ ਸਮਝਾ ਰਹੇ ਹਾਂ, ਉਹਦੀ ਵਿੱਚ ਇਹ ਚੀਜ਼ ਸਹਾਇਕ ਹੋ ਸਕਦੀ ਸੀ। ਬਟ ਅਸੈਸਮੈਂਟ ਇਨ ਪੋਇਮ ਇਸ ਚੀਜ਼ ਦਾ ਆਪਾਂ ਐਲੀਮੈਂਟ ਇਸ ਨੂੰ ਨਹੀਂ ਮੰਨਾਂਗੇ ਗ੍ਰਾਮਰ ਨੂੰ, ਤਾਂ ਆਪਸ਼ਨ ਬੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 27। ਹੇਅਰ ਆਰ ਸਮ ਸੈਟਸ ਆਫ ਵਰਡਸ ਇਨ ਸਮ ਪੈਟਰਨ। ਮਤਲਬ ਕਿ ਕੀ ਹੈ ਕਿ ਸਾਡੇ ਕੋਲ ਇੱਕ ਪੈਟਰਨ ਦੇ ਵਿੱਚ ਕੁਝ ਸੈਟਸ ਆਫ ਵਰਡ ਇਨ ਸਮ ਪੈਟਰਨ, ਮਤਲਬ ਉਹਨਾਂ ਦੀ ਇੱਕ ਸਿੰਪਲ ਪੈਟਰਨ ਹੈ। ਫਾਈਂਡ ਵਾਟ ਆਰ ਦੀਜ਼ ਨੋਨ ਐਜ਼ ਇਨ ਟੀਚਿੰਗ। ਟੀਚਿੰਗ ਦੇ ਵਿੱਚ ਅਸੀਂ ਇਸ ਨੂੰ ਕੀ ਆਖਾਂਗੇ? ਲਰਨਿੰਗ ਆਫ ਪ੍ਰੋਨਾਂਸੀਏਸ਼ਨ, ਮਿਸ, ਮੈਸ, ਪਿਨ, ਪੈਨ, ਲੌਕ, ਲੱਕ। ਤਾਂ ਇਸ ਤਰ੍ਹਾਂ ਇਹ ਕੁਝ ਸ਼ਬਦਾਂ ਦਾ ਇੱਕ ਸਟਰਕਚਰ ਬਣਿਆ ਹੋਇਆ ਹੈ। ਤਾਂ ਇਸ ਚੀਜ਼ ਨੂੰ ਅਸੀਂ ਆਖਾਂਗੇ ਜੀ ਆਪਸ਼ਨ ਸੀ ਸਾਡਾ ਰਾਈਟ ਆਨਸਰ ਹੋ ਜਾਵੇਗਾ, ਠੀਕ ਹੈ ਜੀ। ਕੰਟਰੈਸਟਿਵ ਪੇਅਰਸ ਆਪਾਂ ਇਸ ਨੂੰ ਆਖਾਂਗੇ, ਮਤਲਬ ਕਿ ਇਹ ਆਪਸ ਵਿੱਚ ਪੇਅਰਲੀ ਕੰਮ ਕਰ ਰਹੇ ਨੇ, ਠੀਕ ਹੈ ਜੀ। ਤਾਂ ਕੰਪੇਰੇਬਲ ਪੇਅਰ ਤਾਂ ਨਹੀਂ ਕਹਿ ਸਕਦੇ, ਮਤਲਬ ਇਹਨਾਂ ਦਾ ਆਪਸ ਵਿੱਚ ਕੋਈ ਕੰਪੈਰੀਜ਼ਨ ਤਾਂ ਨਹੀਂ ਹੈਗਾ, ਸਿੰਪਲੀ ਪੇਅਰਸ ਵਾਲੀ ਆਪਸ਼ਨ ਆਪਣੀ ਇਹ ਰਾਈਟ ਹੋ ਜੂਗੀ। ਇਸ ਤੋਂ ਬਿਨਾਂ ਬਾਕੀ ਆਪਸ਼ਨ ਜਿਹੜੀਆਂ ਉਹ ਇਹਦੇ ਵਿੱਚ ਨਹੀਂ ਆਪਾਂ ਸੂਟੇਬਲ ਮੰਨ ਸਕਦੇ, ਤਾਂ ਆਪਸ਼ਨ ਸੀ ਸਾਡਾ ਰਾਈਟ ਆਨਸਰ ਜਿਹੜਾ ਉਹ ਹੋ ਜਾਵੇਗਾ। ਵਰਡਸ ਔਰ ਫਰਾਜ਼ਸ ਵਿਚ ਵਨ ਰਿਕੋਗਨਾਈਜ਼ ਵੈਨ ਵਨ ਹੀਅਰਸ ਐਂਡ ਸੀ ਦੈਮ। ਮਤਲਬ ਕਿ ਕੋਈ ਕੀ ਕਰ ਰਿਹਾ ਹੈ, ਕੁਝ ਸ਼ਬਦਾਂ ਨੂੰ, ਕੁਝ ਫਰਾਜ਼ਸ ਨੇ ਜਿਹੜੇ ਉਹਨਾਂ ਨੂੰ ਰਿਕੋਗਨਾਈਜ਼ ਕਰ ਰਿਹਾ ਹੈ, ਠੀਕ ਹੈ। ਵੈਨ ਹੀਅਰਿੰਗ ਐਂਡ ਸੀ ਮਤਲਬ ਕਿ ਸੁਣਨਾ ਅਤੇ ਦੇਖਣਾ। ਸੁਣਨ ਅਤੇ ਦੇਖਣਾ ਜਿਹੜਾ ਉਹ ਮਤਲਬ ਕਿਸ ਟਾਈਪ ਦੀ ਆਪਾਂ ਵੋਕੈਬਲਰੀ ਕਹਿ ਸਕਦੇ ਹਾਂ ਕਿ ਉਹ ਰਿਸਿਪਟਿਵ ਵੋਕੈਬਲਰੀ ਹੋ ਗਈ, ਜਾਂ ਫਿਰ ਐਕਸਪਲੀਸਿਟ ਵੋਕੈਬਲਰੀ ਹੋ ਗਈ, ਇੰਪਲੀਕੇਟ ਹੋ ਗਈ, ਜਾਂ ਫਿਰ ਪ੍ਰੋਡਕਟਿਵ ਵੋਕੈਬਲਰੀ ਹੋ ਗਈ। ਇਹਦੇ ਵਿੱਚੋਂ ਸਾਡਾ ਰਾਈਟ ਆਨਸਰ ਹੈ ਜਿਹੜਾ ਉਹ ਰਿਸੀਵ ਵਾਲਾ ਹੀ ਬਣੇਗਾ। ਕੁਝ ਰਿਸੀਵ ਕਰ ਰਿਹਾ, ਮਤਲਬ ਕਿ ਜਦੋਂ ਉਹ ਕੀ ਕਰ ਰਿਹਾ ਹੈ, ਕੁਝ ਸੈਂਟੈਂਸਸ ਨੇ ਕਹਿ ਲਓ ਜਾਂ ਵਰਡਸ ਨੇ, ਫਰਾਜ਼ਸ ਨੇ, ਉਹਨਾਂ ਨੂੰ ਰਿਕੋਗਨਾਈਜ਼ ਕਰਦੇ ਹੋਏ ਉਹਨਾਂ ਨੂੰ ਦੇਖ ਰਿਹਾ ਹੈ ਅਤੇ ਸੁਣ ਰਿਹਾ ਹੈ, ਠੀਕ ਹੈ ਜੀ। ਹੀਅਰ ਐਂਡ ਸੀਜ਼, ਤਾਂ ਇਹ ਚੀਜ਼ ਨੂੰ ਅਸੀਂ ਸ਼ਾਮਲ ਕਰਾਂਗੇ ਜੀ ਰਿਸਿਪਟਿਵ ਵੋਕੈਬਲਰੀ ਦੇ ਵਿੱਚ। ਜਿਵੇਂ ਆਪਾਂ ਸਕਿੱਲਸ ਦੀ ਗੱਲ ਕਰਦੇ ਹੁੰਦੇ ਹਾਂ, ਠੀਕ ਹੈ ਜੀ, LSRW ਦੀ ਗੱਲ ਕਰਦੇ ਹੁੰਦੇ ਹਾਂ, ਤਾਂ ਇਸ ਦੇ ਵਿੱਚੋਂ ਆਪਾਂ ਕੀ ਮੰਨਦੇ ਹਾਂ ਕਿ ਲਿਸਨਿੰਗ ਹੋਈ, ਠੀਕ ਹੈ ਜੀ, ਲਿਸਨਿੰਗ ਐਂਡ ਰੀਡਿੰਗ। ਤਾਂ ਲਿਸਨਿੰਗ ਹੀਅਰ ਦੇ ਨਾਲ ਸੰਬੰਧਿਤ ਹੋਊਗੀ, ਸੁਣਨਾ, ਹੈ ਨਾ। ਇਸ ਤੋਂ ਬਿਨਾਂ ਰੀਡਿੰਗ, ਤਾਂ ਰੀਡ ਕਰਨ ਵੇਲੇ ਆਪਾਂ ਕੀ ਕਰ ਰਹੇ ਹੁੰਦੇ ਹਾਂ, ਦੇਖ ਰਹੇ ਹੁੰਦੇ ਹਾਂ, ਠੀਕ ਹੈ। ਤਾਂ ਉਸ ਚੀਜ਼ ਨੂੰ ਵੀ ਤੁਸੀਂ ਲਗਾ ਕੇ ਚੱਲਿਓ, ਰਿਸਿਪਟਿਵ ਸਕਿੱਲਸ ਨੇ, ਇਸੇ ਤਰ੍ਹਾਂ ਇਹ ਰਿਸਿਪਟਿਵ ਵੋਕੈਬਲਰੀ ਹੋ ਜਾਏਗੀ। ਤਾਂ ਆਪਸ਼ਨ ਇਹ ਸਾਡਾ ਰਾਈਟ ਆਨਸਰ ਜਿਹੜਾ ਇਹ ਹੋ ਜਾਵੇਗਾ, ਹੀਅਰਿੰਗ ਐਂਡ ਸੀਜ਼। ਇੰਪੋਰਟੈਂਟ ਕਰੈਕਟਰਿਸਟਿਕ ਆਫ ਟੈਕਸਟ ਬੁੱਕ ਆਫ ਇੰਗਲਿਸ਼। ਲਓ ਜੀ, ਇੱਕ ਵਧੀਆ ਕੁਐਸਚਨ ਹੈਗਾ ਕਿ ਜਿਹੜੀ ਇੰਗਲਿਸ਼ ਦੀ ਟੈਕਸਟ ਬੁੱਕ ਹੋਏਗੀ ਉਸ ਦੀ ਕਿਹੜੀ ਕਰੈਕਟਰਿਸਟਿਕ ਇਹਨਾਂ ਦੇ ਵਿੱਚੋਂ ਹੋਏਗੀ, ਕਿਹੜੀ ਹੈ ਜਿਹੜੀ ਉਹ ਇਸ ਦੀ ਵਿਸ਼ੇਸ਼ਤਾ ਹੈਗੀ ਹੈ, ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਅਥੈਂਟੀਕੇਟਡ ਟੈਕਸਟ ਬੁੱਕ ਬਿਲਕੁਲ ਹੋਣੀ ਚਾਹੀਦੀ ਹੈ ਜੀ, ਆਪਸ਼ਨ ਏ ਬੈਸਟ ਹੈ। ਗੁੱਡ ਸਟਾਈਲ, ਚਲੋ ਸਟਾਈਲ ਵਾਲਾ ਆਪਾਂ ਬਾਅਦ 'ਚ ਦੇਖਦੇ ਹਾਂ। ਸਬਜੈਕਟ ਮੈਟਰ, ਲਓ ਸਬਜੈਕਟ ਮੈਟਰ ਵੀ ਉਹ ਹੋਣੀ ਚਾਹੀਦੀ ਹੈ। ਦੋ ਆਪਸ਼ਨ ਆਪਣੇ ਕੋਲ ਹੈਗੀਆਂ ਨੇ, ਤਾਂ ਤੀਸਰੀ ਨੂੰ ਵੀ ਆਪਾਂ ਮੰਨ ਹੀ ਲੈਂਦੇ ਹਾਂ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਤੁਹਾਡੇ ਕੋਲ ਆਲ ਆਫ ਅਬਵ ਵਾਲੀ ਆਪਸ਼ਨ ਆਈ ਪਈ ਹੋਵੇ, ਦੋ ਆਪਸ਼ਨ ਆਪਾਂ ਨੂੰ ਬੈਸਟ ਲੱਗ ਰਹੀਆਂ ਹੋਣ, ਤਾਂ ਤੀਸਰੀ ਆਪਾਂ ਬੈਸਟ ਮੰਨ ਲੈਂਦੇ ਹਾਂ। ਮਤਲਬ ਕਿਤਾਬ ਦਾ ਸਟਾਈਲ ਵੀ ਤਾਂ ਸਹੀ ਹੋਵੇ, ਆਪਾਂ ਮੰਨ ਸਕਦੇ ਹਾਂ, ਠੀਕ ਹੈ। ਪਰ ਜੇ ਇਕੱਲੇ ਸਟਾਈਲ 'ਤੇ ਜ਼ੋਰ ਦਿੱਤਾ ਹੁੰਦਾ, ਬਾਕੀ ਆਪਣੇ ਕੋਲ ਅਥੈਂਟੀਕੇਟਡ ਵਾਲੀਆਂ ਵਧੀਆ ਆਪਸ਼ਨਾਂ ਪਈਆਂ ਹੁੰਦੀਆਂ, ਆਲ ਆਫ ਅਬਵ ਨਾ ਹੁੰਦਾ, ਤਾਂ ਆਪਾਂ ਸਟਾਈਲ ਨੂੰ ਵੀ ਕੀ ਕਰ ਦਿੰਦੇ, ਇਗਨੋਰ ਵੀ ਕਰ ਸਕਦੇ ਸੀ। ਬਟ ਇੱਥੇ ਆਪਾਂ ਇਗਨੋਰ ਨਹੀਂ ਕਰਾਂਗੇ, ਆਪਾਂ ਕੀ ਕਹਾਂਗੇ ਵੀ ਟੈਕਸਟ ਬੁੱਕ ਆ ਜਿਹੜੀ ਉਹ ਟੈਕਸਟ ਬੁੱਕ ਆਫ ਇੰਗਲਿਸ਼ ਜਿਹੜੀ ਉਹ ਅਥੈਂਟੀਕੇਟਡ ਹੋਣੀ ਚਾਹੀਦੀ ਹੈ, ਗੁੱਡ ਸਟਾਈਲ ਹੋਣਾ ਚਾਹੀਦਾ ਹੈ, ਸਬਜੈਕਟ ਮੈਟਰ ਹੋਣਾ ਚਾਹੀਦਾ ਹੈ। ਤਾਂ ਆਲ ਆਫ ਅਬਵ ਸਾਡਾ ਰਾਈਟ ਆਨਸਰ ਹੋ ਜਾਏਗਾ, ਆਪਸ਼ਨ ਡੀ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਜੀ ਪ੍ਰਸ਼ਨ ਨੰਬਰ 30। ਸਿਲੈਕਟ ਸਮੋਲੈਸਟ ਯੂਨਿਟ। ਆਪਣੇ ਕੋਲ 4 ਆਪਸ਼ਨ ਦਿੱਤੀਆਂ ਗਈਆਂ ਨੇ ਜੀ, ਫੋਨੀਮੀ, ਵਰਡ, ਸੈਂਟੈਂਸ ਐਂਡ ਫਰਾਜ਼। ਇਹ ਜੋ ਪ੍ਰਸ਼ਨ ਹੈ ਜੀ, ਇਸ ਦਾ ਜੋ ਰਾਈਟ ਆਨਸਰ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ
ਸਾਨੂੰ ਦੱਸੋਗੇ, ਕਿਉਂਕਿ ਅੱਜ ਦੀ ਕਲਾਸ ਵਿੱਚ ਹੀ ਅਸੀਂ ਇਹ ਚੀਜ਼ ਡਿਸਕਸ ਕਰ ਚੁੱਕੇ ਹਾਂ। ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਲੀਜ਼ ਕਮੈਂਟ ਬਾਕਸ ਦੇ ਵਿੱਚ ਆਪਸ਼ਨਸ ਲਿਖਿਓ, ਇਹ ਦੱਸਿਓ ਵੀ ABCD ਇਹਦੇ ਵਿੱਚੋਂ ਕਿਹੜੇ ਜਿਹੜਾ ਤੁਹਾਡਾ ਇਹ ਰਾਈਟ ਆਨਸਰ ਹੈਗੇ ਹੈ। ਤਾਂ ਇਸ ਕੁਐਸਚਨ ਦਾ ਜੋ ਆਨਸਰ ਇਸ ਦਾ ਅਸੀਂ ਇੰਤਜ਼ਾਰ ਕਰਾਂਗੇ। ਇਹ ਕਲਾਸ ਇੱਥੋਂ ਤੱਕ ਦੇਖਣ ਲਈ ਥੈਂਕਸ ਫॉर ਦਿਸ।